ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਟਾਈਪਸ ਆਫ ਡਰਾਈਵ ਬਾਰੇ, ਵੀ ਕਿਹੜੀਆਂ ਅਲੱਗ-ਅਲੱਗ ਟਾਈਪ ਦੀਆਂ ਡਰਾਈਵ ਜਿਹੜੀਆਂ ਨੇ ਉਹ ਅਸੀਂ ਸਟੱਡੀ ਕਰਾਂਗੇ। ਟੋਟਲ 4 ਟਾਈਪ ਦੀਆਂ ਡਰਾਈਵ ਅਸੀਂ ਸਟੱਡੀ ਕਰਾਂਗੇ: ਫਰੰਟ ਵੀਲ ਡਰਾਈਵ, ਰੀਅਰ ਵੀਲ ਡਰਾਈਵ, 4x4 ਅਤੇ 6x4। ਇਹਨਾਂ ਬਾਰੇ ਤੁਹਾਨੂੰ ਥੋੜ੍ਹੀ ਬਹੁਤੀ ਨੌਲੇਜ ਤਾਂ ਹੋਏਗੀ। ਫਰੰਟ ਵੀਲ ਡਰਾਈਵ ਅਸੀਂ ਕਿਹਨੂੰ ਕਹਿੰਦੇ ਹਾਂ, ਰੀਅਰ ਵੀਲ ਡਰਾਈਵ ਕਿਹਨੂੰ ਕਹਿੰਦੇ ਹਾਂ, ਅਸੀਂ ਪਹਿਲੇ ਸਟੱਡੀ ਵੀ ਕਰ ਚੁੱਕੇ ਹਾਂ ਥੋੜ੍ਹਾ, ਬਟ ਅੱਜ ਅਸੀਂ ਪੂਰੇ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ ਵੀ ਫਰੰਟ ਵੀਲ ਡਰਾਈਵ ਕੀ ਹੈ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ। ਰੀਅਰ ਵੀਲ ਡਰਾਈਵ ਕੀ ਹੈ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ। ਇੱਦਾਂ ਹੀ ਰੀਅਰ ਵੀਲ ਡਰਾਈਵ ਤੋਂ ਬਾਅਦ ਆ ਗਿਆ ਜੀ 4x4, ਉਹਦੇ ਫਾਇਦੇ ਕੀ ਨੇ ਅਤੇ ਉਹਦੇ ਨੁਕਸਾਨ ਕੀ ਨੇ। ਇੱਦਾਂ ਹੀ ਆ ਗਿਆ 6x4 ਦੇ ਫਾਇਦੇ ਕੀ ਨੇ ਅਤੇ 6x4 ਦੇ ਨੁਕਸਾਨ ਕੀ ਨੇ। ਸੋ ਸਭ ਤੋਂ ਪਹਿਲੇ ਆਪਾਂ ਸਟੱਡੀ ਕਰਦੇ ਹਾਂ ਫਰੰਟ ਵੀਲ ਡਰਾਈਵ ਬਾਰੇ। ਫਰੰਟ ਵੀਲ ਡਰਾਈਵ ਦੇ ਵਿੱਚ ਉਹ ਕੀ ਕਹਿੰਦੇ ਨੇ, ਇਨ ਦਿਸ ਸਿਸਟਮ, ਇਸ ਸਿਸਟਮ ਦੇ ਵਿੱਚ ਪਾਵਰ ਆਫ ਦੀ ਇੰਜਨ, ਜਿਹੜੀ ਇੰਜਨ ਦੀ ਪਾਵਰ ਹੈ, ਇਜ਼ ਟਰਾਂਸਮਿਟਡ, ਉਹਨੂੰ ਟਰਾਂਸਮਿਟ ਕੀਤਾ ਜਾਂਦਾ ਹੈ, ਅੱਗੇ ਭੇਜਿਆ ਜਾਂਦਾ ਹੈ। ਕਿੱਧਰ? ਟੂ ਦੀ ਫਰੰਟ ਐਕਸਲ ਵਾਲੀ ਸਾਈਡ 'ਤੇ, ਵਿਚ ਡਰਾਈਵ ਦੀ ਫਰੰਟ ਵੀਲਸ, ਜਿਹੜੇ ਕੀ ਕਰਦੀ ਹੈ, ਫਰੰਟ ਵੀਲਸ ਨੂੰ ਡਰਾਈਵ ਕਰਦੀ ਹੈ। ਇਟ ਇਜ਼ ਜਨਰਲੀ ਯੂਜ਼ਡ ਇਨ ਦੀ ਕਾਰਸ, ਇਹਨੂੰ ਅਸੀਂ ਜ਼ਿਆਦਾਤਰ ਕਾਰਸ 'ਚ ਯੂਜ਼ ਕਰਦੇ ਹਾਂ। ਫਰੰਟ ਵੀਲ ਡਰਾਈਵ ਦਾ ਕੀ ਮਤਲਬ ਹੋ ਗਿਆ ਵੀ ਉਹ ਅਰੇਂਜਮੈਂਟ ਜਿਹਦੇ ਵਿੱਚ ਅਸੀਂ ਇੰਜਨ ਤੋਂ ਪੈਦਾ ਹੋਈ ਪਾਵਰ ਨੂੰ ਫਰੰਟ ਵਾਲੇ ਐਕਸਲ 'ਤੇ, ਯਾਨੀ ਕਿ ਫਰੰਟ ਵਾਲੇ ਵੀਲਸ ਵੱਲ ਭੇਜਦੇ ਹਾਂ, ਫਰੰਟ ਵਾਲੇ ਐਕਸਲ ਵੱਲ ਟਰਾਂਸਮਿਟ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ, ਜਿਹੜੇ ਫਰੰਟ ਵੀਲ ਨੇ ਉਹਨਾਂ ਨੂੰ ਡਰਾਈਵ ਮਿਲਦੀ ਹੈ। ਜਦੋਂ ਫਰੰਟ ਵੀਲ ਨੂੰ ਡਰਾਈਵ ਮਿਲਦੀ ਹੈ ਅਤੇ ਫਰੰਟ ਵੀਲ ਕੀ ਕਰਦੇ ਨੇ, ਆਪਣੀ ਪਾਵਰ ਦੇ ਨਾਲ ਵਹੀਕਲ ਨੂੰ ਅੱਗੇ ਮੂਵ ਕਰਾਉਣ ਦੇ ਵਿੱਚ ਹੈਲਪ ਕਰਦੇ ਨੇ। ਇਟ ਇਜ਼ ਜਨਰਲੀ ਯੂਜ਼ਡ ਇਨ ਕਾਰਸ, ਇਹਨੂੰ ਜ਼ਿਆਦਾਤਰ ਕਿੱਥੇ ਯੂਜ਼ ਕੀਤਾ ਜਾਂਦਾ ਹੈ? ਇਹਨੂੰ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਜੀ ਕਾਰਾਂ ਦੇ ਵਿੱਚ। ਮਤਲਬ ਕੀ ਸੀਗਾ, ਇੰਜਨ ਨੇ ਜਿਹੜੀ ਪਾਵਰ ਪੈਦਾ ਕੀਤੀ ਗੱਡੀ ਦੇ ਵਿੱਚ, ਇੰਜਨ ਨੇ ਜਿਹੜੀ ਪਾਵਰ ਪੈਦਾ ਕੀਤੀ, ਉਸ ਪਾਵਰ ਨੂੰ ਅਸੀਂ ਅੱਗੇ ਨੂੰ ਭੇਜਿਆ, ਪਿੱਛੇ ਨੂੰ ਨਹੀਂ ਭੇਜਿਆ। ਟਰੱਕਾਂ ਦੇ ਵਿੱਚ, ਬੱਸਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ, ਪ੍ਰੋਪੈਲਰ ਸ਼ਾਫਟ ਲਗਾ ਕੇ ਪਾਵਰ ਨੂੰ ਰੀਅਰ ਸਾਈਡ 'ਤੇ ਭੇਜ ਦਿੰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਰੀਅਰ ਵੀਲ ਡਰਾਈਵ। ਬਟ ਫਰੰਟ ਵੀਲ ਡਰਾਈਵ ਦੇ ਵਿੱਚ ਕੀ ਹੈ, ਮਤਲਬ ਜਿਹੜੇ ਫਰੰਟ ਵਾਲੇ ਵੀਲ ਨੇ ਨਾ, ਅਸੀਂ ਉਹਨਾਂ ਨੂੰ ਪਾਵਰ ਦਿੱਤੀ, ਫਰੰਟ ਵਾਲੇ ਜਿਹੜੇ ਵੀਲ ਨੇ ਅਸੀਂ ਉਹਨਾਂ ਨੂੰ ਡਰਾਈਵ ਦਿੱਤੀ। ਸੋ ਇਹ ਉਹ ਸਿਸਟਮ ਹੋ ਗਿਆ ਜਿਹਦੇ ਵਿੱਚ ਅਸੀਂ ਇੰਜਨ ਦੀ ਪਾਵਰ ਨੂੰ ਟਰਾਂਸਮਿਟ ਕੀਤਾ। ਕਿੱਥੇ ਟਰਾਂਸਮਿਟ ਕੀਤਾ? ਫਰੰਟ ਐਕਸਲ 'ਤੇ, ਜਿਨ੍ਹਾਂ ਨੇ ਕੀ ਕੀਤਾ, ਫਰੰਟ ਐਕਸਲ ਦੀ ਪਾਵਰ ਨੇ ਕੀ ਕੀਤਾ, ਫਰੰਟ ਵੀਲਸ ਨੂੰ ਡਰਾਈਵ ਕਰਾਉਣ ਦੇ ਵਿੱਚ ਹੈਲਪ ਕੀਤੀ। ਇਟ ਇਜ਼ ਜਨਰਲੀ ਯੂਜ਼ਡ ਇਨ ਦੀ ਕਾਰਸ ਦੇ ਵਿੱਚ ਆਪਾਂ ਜਿਹੜਾ ਸਿਸਟਮ ਯੂਜ਼ ਕਰਦੇ ਹਾਂ ਉਹ ਫਰੰਟ ਵੀਲ ਡਰਾਈਵ ਹੈ। ਜਿੰਨੀਆਂ ਵੀ ਅਸੀਂ ਕਾਰਾਂ ਦੇਖਦੇ ਹਾਂ, ਮੋਸਟਲੀ ਸਾਰੀਆਂ ਕਾਰਾਂ ਜਿਹੜੀਆਂ ਆਉਂਦੀਆਂ ਨੇ ਉਹ ਫਰੰਟ ਵੀਲ ਡਰਾਈਵ ਆਉਂਦੀਆਂ ਨੇ। ਅੱਗੋਂ ਗੱਲ ਕਰਦੇ ਜੀ ਐਡਵਾਂਟੇਜਿਸ ਆਫ ਫਰੰਟ ਵੀਲ ਡਰਾਈਵ, ਵੀ ਜਿਹੜੀ ਆਪਾਂ ਫਰੰਟ ਵੀਲ ਡਰਾਈਵ ਯੂਜ਼ ਕਰਦੇ ਹਾਂ ਕਾਰਾਂ ਦੇ ਵਿੱਚ, ਉਹਦੇ ਫਾਇਦੇ ਕੀ ਨੇ। ਪਹਿਲਾ ਫਾਇਦਾ ਕੀ ਹੈ, ਦੇਅਰ ਇਜ਼ ਨੋ ਨੀਡ ਆਫ ਪ੍ਰੋਪੈਲਰ ਸ਼ਾਫਟ ਐਜ਼ ਦੀ ਫਰੰਟ ਵੀਲਸ ਆਰ ਨੀਅਰਰ ਟੂ ਦੀ ਇੰਜਨ। ਕਹਿੰਦੇ ਜਿਹੜਾ ਇੰਜਨ ਹੈ ਫਰੰਟ ਵੀਲ ਡਰਾਈਵ ਦੇ ਵਿੱਚ, ਇੰਜਨ ਤੁਸੀਂ ਕਾਰ 'ਚ ਦੇਖਦੇ ਹੋ, ਇੰਜਨ ਜਿਹੜਾ ਉਹ ਫਰੰਟ ਵੀਲਸ ਦੇ ਲਾਗੇ ਵੇ, ਜਿੱਥੇ ਫਰੰਟ ਵੀਲਸ ਨੇ ਬਿਲਕੁਲ ਉਹਦੇ ਉੱਪਰ ਇੰਜਨ ਨੇ। ਇਸ ਕਰਕੇ ਆਪਾਂ ਕੀ ਕਹਿ ਸਕਦੇ ਹਾਂ, ਇੰਜਨ ਦੇ ਵਿਚਕਾਰ ਅਤੇ ਫਰੰਟ ਵੀਲ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਬੜਾ ਘੱਟ ਹੈ। ਡਿਸਟੈਂਸ ਘੱਟ ਹੋਣ ਦੇ ਕਾਰਨ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਪੈਲਰ ਸ਼ਾਫਟ ਨਹੀਂ ਯੂਜ਼ ਕਰਨੀ ਪੈਂਦੀ ਪਈ। ਮਤਲਬ ਪਾਵਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦੇ ਲਈ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਪੈਲਰ ਸ਼ਾਫਟ ਦੀ ਜ਼ਰੂਰਤ ਜਿਹੜੀ ਹੈ ਉਹ ਨਹੀਂ ਪੈਂਦੀ ਪਈ। ਦੇਅਰ ਇਜ਼ ਨੋ ਨੀਡ ਆਫ ਪ੍ਰੋਪੈਲਰ ਸ਼ਾਫਟ ਐਜ਼ ਦੀ ਫਰੰਟ ਵੀਲਸ ਆਰ ਨੀਅਰਰ ਟੂ ਦੀ ਇੰਜਨ। ਪਹਿਲੇ ਪੁਆਇੰਟ 'ਚੋਂ ਕੀ ਕਹਿੰਦੇ ਨੇ ਵੀ ਕਿਸੇ ਤਰ੍ਹਾਂ ਦੀ ਪ੍ਰੋਪੈਲਰ ਸ਼ਾਫਟ ਦੀ ਲੋੜ ਨਹੀਂ ਹੈ। ਉਹ ਲੋੜ ਕਿਉਂ ਨਹੀਂ? ਕਿਉਂਕਿ ਜਿਹੜਾ ਫਰੰਟ ਵੀਲਸ ਨੇ ਉਹ ਇੰਜਨ ਦੇ ਲਾਗੇ ਨੇ। ਇੰਜਨ ਦੇ ਲਾਗੇ ਹੋਣ ਦੇ ਕਾਰਨ, ਇੰਜਨ ਦੇ ਕੋਲ ਹੋਣ ਦੇ ਕਾਰਨ ਕਿਸੇ ਤਰ੍ਹਾਂ ਦੀ ਪ੍ਰੋਪੈਲਰ ਸ਼ਾਫਟ ਦੀ ਲੋੜ ਨਹੀਂ ਪਈ। ਜੇ ਪ੍ਰੋਪੈਲਰ ਸ਼ਾਫਟ ਦੀ ਲੋੜ ਨਹੀਂ ਪਏਗੀ, ਉਹਦੇ ਨਾਲ ਵਹੀਕਲ ਦੀ ਐਫੀਸ਼ੀਐਂਸੀ ਵੀ ਵਧੇਗੀ, ਵਹੀਕਲ ਦਾ ਭਾਰ ਵੀ ਘਟੇਗਾ ਅਤੇ ਸਾਨੂੰ ਪ੍ਰੋਪੈਲਰ ਸ਼ਾਫਟ ਲਾਉਣ ਦੀ ਲੋੜ ਜਿਹੜੀ ਹੈ ਉਹ ਨਹੀਂ ਪਏਗੀ। ਇਹ ਸੀਗਾ ਪਹਿਲਾ ਐਡਵਾਂਟੇਜ ਫਰੰਟ ਵੀਲ ਡਰਾਈਵ ਦਾ। ਦੂਜਾ ਐਡਵਾਂਟੇਜ ਕੀ ਹੈ ਫਰੰਟ ਵੀਲ ਡਰਾਈਵ ਦਾ? ਹਾਈਟ ਆਫ ਦੀ ਚੈਸਿਸ ਕੈਨ ਬੀ ਲੋਅਰਡ। ਕਹਿੰਦੇ ਜਿਹੜੀ ਚੈਸੀ ਦੀ ਹਾਈਟ ਹੈ ਉਹਨੂੰ ਅਸੀਂ ਲੋਅ ਕਰ ਸਕਦੇ ਹਾਂ। ਤੁਸੀਂ ਦੇਖਿਆ ਹੋਏਗਾ ਜਿਹੜੀਆਂ ਕਾਰਾਂ ਨੇ, ਕਾਰਾਂ ਇੰਨੀਆਂ ਉੱਚੀਆਂ ਨਹੀਂ ਹੁੰਦੀਆਂ, ਕਾਰਾਂ ਨੀਵੀਆਂ ਹੁੰਦੀਆਂ ਨੇ, ਠੀਕ ਹੈ, ਜਦ ਕਿ ਬੱਸ ਅਤੇ ਟਰੱਕ ਉੱਚੇ ਹੁੰਦੇ ਨੇ। ਉਹਦੇ 'ਚ ਰੀਜ਼ਨ ਕੀ ਹੈ? ਰੀਜ਼ਨ ਉਹਦੇ 'ਚ ਇਹ ਵੇ ਵੀ ਜਿਹੜੀਆਂ ਫਰੰਟ ਵੀਲਸ ਡਰਾਈਵ ਹੋਣਗੀਆਂ ਨਾ ਉਹ ਹਮੇਸ਼ਾ ਨੀਵੀਆਂ ਹੋਣਗੀਆਂ, ਕਿਉਂਕਿ ਪ੍ਰੋਪੈਲਰ ਸ਼ਾਫਟ ਦੀ ਲੋੜ ਨਹੀਂ ਪੈਂਦੀ।
तो जे आप प्रोपैलर शाफ्ट लगावांगे फिर सानू वहीकल नू थोड़ा उच्चा करना पेगा। जे वहीकल उच्चा होएगा तो फिर ही प्रोपैलर शाफ्ट लग सकती है, अदरवाइज प्रोपैलर शाफ्ट जिहड़ी है वो नहीं लग सकती। जे तुसी बस नू या ट्रक नू भी देखते हो तो उहदे च की है, इंजन एक हाइट ते पिया है, थोड़ा उच्चा इंजन पिया है, उहदे चों प्रोपैलर शाफ्ट निकली, प्रोपैलर शाफ्ट निकल के पिछे वाली साइड ते आई, रीयर वाली साइड ते आई। रीयर वाली साइड ते जो प्रोपैलर शाफ्ट आएगी तो उहदे लई सानू वहीकल नू थोड़ा उच्चा रखना पेगा। जे असीं नीवां वहीकल रखांगे तो प्रोपैलर शाफ्ट जिहड़ी है वो जमीन दे विच वजेगी, रोड ते वजेगी। प्रोपैलर शाफ्ट नू असीं रोड ते वजन तो बचाना है। जे प्रोपैलर शाफ्ट रोड ते वजेगी तो साडी जिहड़ी इंजन पावर पैदा करता पिया वो पूरी तरह ट्रांसमिट नहीं हो पाएगी। बट जे असीं प्रोपैलर शाफ्ट यूज़ ही नहीं करते पे, असी जेकर प्रोपैलर शाफ्ट यूज़ ही नहीं करते पे तो फिर आप भावें चैसी में जिन्ना मर्जी लो करी जाइए, फिर तो कोई डर ही नहीं प्रोपैलर शाफ्ट नू जमीन ते वजन दा या रोड ते वजन दा। इस करके यह भी एक एडवांटेज हो गया फ्रंट व्हील ड्राइव का, वही सानू ना अपना चैसी नू आपां लो कर सकते सीगे, चैसी नू आपां नीवा कर सकते सीगे। जिन्नी चैसी नीवी होएगी, जिन्नी सेंटर ऑफ ग्रैविटी नीवी होएगी, वहीकल उन्ना ही स्टेबल होएगा। चैसी लो करन दा मतलब की है, गड्डी नू ज़्यादा उच्चा नहीं करना, जिहड़ा टायर ते ग्राउंड दे विचकार डिस्टेंस है उन्होंने असीं घटाना है। ठीक है, गड्डी का जिहड़ा लोअर पार्ट है, लोअर मोस्ट पार्ट है, उन्होंने असीं चैसी कहने आ, उहदे विचकार ते ग्राउंड दे विचकार डिस्टेंस नू घटाना, जिन्होंने असीं ग्राउंड क्लीयरेंस भी कहने आ। ग्राउंड क्लीयरेंस नू आपां घटाने पे आ विद दी हैल्प ऑफ फ्रंट व्हील ड्राइव। थर्ड पॉइंट दे विच की कहते हैं, द इंजन पुल्स द वहीकल इंस्टैड ऑफ पुशिंग, बाय दिस वे द वहीकल इज सेफर अगेंस्ट स्किडिंग। तीजे पॉइंट चो की कहते पे ने भी जिहड़ा इंजन है ना वो की करता है, वहीकल नू पुल करता है इंस्टैड ऑफ पुशिंग। मतलब की है, पुल की होंदा ते पुश की होंदा, तुहानूं पता ही होएगा, तुसीं फिजिक्स च पढ़िया होएगा। जेकर मान लो तुसीं खड़े हो, एक अपने बाइक है तुहाडे कोल बाइक है, तुसी बाइक नू फ्रंट तो खिंचते पे हो। ठीक है, बाइक नू फ्रंट तो खिंचते पे हो, एक तरीका यह हो गया, इनू असीं कहने पुल। तो पुश की होंदा पिया, बाइक नू तुसी पिछों धक्का मारते पे हो। दो चीज़ां ने, बाइक नू पिछों धक्का मारना इनू असीं पुश कवांगे, बाइक नू अग्गों फड़ के खिंचना इनू असीं पुल कवांगे। ऐदां ही जे आपां कार दी गल करदे आ ना, तो कार चों की कहंदे ने, जिन्हां च फ्रंट व्हील ड्राइव है ना, उन्हां दे विच इंजन की करदा है, पुल करदा है वहीकल नू। मतलब फ्रंट वाले व्हील्स की करते पे ने, गड्डी नू खिंचदे पे ने। ते जे आपां रीयर व्हील नू ड्राइव देवांगे तो रीयर व्हील की करनगे, अग्गे वाले व्हील्स नू धक्का मारनगे। यह चीज़ है पुल ते पुश। बट फ्रंट व्हील ड्राइव दे विच की होएगा, इंजन की करेगा, पुल करेगा। किनू पुल करेगा? वहीकल नू। जिहड़ा वहीकल है उन्होंने खिंचेगा, ना कि धक्का मारेगा। बाय दिस वे दी वहीकल इज़ सेफर अगेंस्ट स्किडिंग। इस तरीके दे नाल साडा जिहड़ा वहीकल है वो सेफ रहेगा अगेंस्ट स्किडिंग। मतलब वहीकल साडा जिहड़ा है वो स्किड नहीं करेगा। स्किड मतलब स्लिप करना, वहीकल साडा स्लिप नहीं करेगा जे आपां फ्रंट व्हील ड्राइव यूज़ करते पे। हुण बाइक दे विच आपां इंजन नूं अगे रखदे आ, ड्राइव असीं पिछले व्हील नूं दिंदे आ, वो बन जांदी रीयर व्हील ड्राइव। ਉਹਦੇ 'ਚ ਸਾਨੂੰ ਬਾਈਕ ਦੇ ਸਕਿਡ ਹੋਣ ਦਾ ਖਤਰਾ ਰਹਿੰਦਾ। ਅਸੀਂ ਇੱਕਦਮ ਬ੍ਰੇਕ ਜਦੋਂ ਮਾਰਦੇ ਆ, ਫਰੰਟ ਬ੍ਰੇਕ ਮਾਰਦੇ ਆ ਜਾਂ ਰੀਅਰ ਬ੍ਰੇਕ ਮਾਰਦੇ ਆ, ਤੇ ਬਾਈਕ ਸਾਡਾ ਸਲਿੱਪ ਕਰਦਾ, ਸਕਿਡ ਕਰਨ ਦੀ ਕੋਸ਼ਿਸ਼ ਕਰਦਾ। ਉਹ ਸਕਿਡ ਕਰਨ ਦੀ ਕੋਸ਼ਿਸ਼ ਕਿਉਂ ਕਰਦਾ? ਕਿਉਂਕਿ ਉਹ ਰੀਅਰ ਵੀਲ ਡਰਾਈਵ ਹੈ। ਰੀਅਰ ਵੀਲ ਡਰਾਈਵ ਦੇ ਵਿੱਚ ਪੁਸ਼ ਹੁੰਦਾ, ਪੁਸ਼ ਲੱਗਦਾ, ਠੀਕ ਹੈ, ਪੁੱਲ ਨਹੀਂ ਲੱਗਦਾ। ਉਹ ਪੁਸ਼ਿੰਗ ਦੇ ਕਾਰਨ ਬਾਈਕ ਸਾਡਾ ਸਕਿਡ ਕਰਨ ਦੀ ਕੋਸ਼ਿਸ਼ ਕਰਦਾ, ਜਦ ਕਿ ਕਾਰਾਂ ਦੇ ਵਿੱਚ ਇੱਦਾਂ ਨਹੀਂ ਹੁੰਦਾ। ਕਾਰਾਂ ਦੇ ਵਿੱਚ ਕੀ ਹੁੰਦਾ? ਕਾਰ ਫਰੰਟ ਵੀਲ ਡਰਾਈਵ ਹੈ, ਇਸ ਕਰਕੇ ਉਹਦੇ ਵਿੱਚ ਜਿਹੜੀ ਵਹੀਕਲ ਹੈ ਉਹ ਇੰਜਨ ਕੀ ਕਰਦਾ? ਵਹੀਕਲ ਨੂੰ ਪੁੱਲ ਕਰਦਾ। ਜਦੋਂ ਵੀ ਪੁੱਲ ਹੋਏਗਾ ਉਦੋਂ ਸਲਿੱਪ ਹੋਣ ਦਾ ਖਤਰਾ ਜਿਹੜਾ ਹੈ ਉਹ ਘੱਟ ਜਾਏਗਾ। ਲਾਸਟ ਪੁਆਇੰਟ ਆ ਗਿਆ ਐਡਵਾਂਟੇਜ ਦਾ, ਡੀ ਪੁਆਇੰਟ। ਡੀ ਪੁਆਇੰਟ 'ਚੋਂ ਕੀ ਕਹਿੰਦੇ ਨੇ? ਸਿੰਪਲੀਫਾਈਡ ਲਿੰਕੇਜਿਸ ਆਰ ਰਿਕੁਆਇਰਡ ਫॉर ਕਲਚ ਐਂਡ ਗੇਅਰ ਬਾਕਸ। ਇੰਜਨ ਫਰੰਟ 'ਤੇ ਪਿਆ, ਪਾਵਰ ਵੀ ਅਸੀਂ ਫਰੰਟ 'ਤੇ ਦੇਣੀ ਹੈ, ਇਸ ਕਰਕੇ ਕਲਚ ਅਤੇ ਗੇਅਰ ਬਾਕਸ ਦੇ ਲਈ ਜਿਹੜੇ ਲਿੰਕ ਲੱਗਣਗੇ ਉਹ ਸਿੰਪਲੀਫਾਈਡ ਹੋਣਗੇ। ਉਹਨਾਂ ਦੇ ਵਿੱਚ ਕੋਈ ਕੰਪਲੀਕੇਸ਼ਨ ਨਹੀਂ ਹੋਏਗੀ। ਵੀ ਇਹ ਨਹੀਂ ਵੀ ਆਪਾਂ ਇੰਜਨ ਅੱਗੇ ਪਿਆ, ਕਲਚ ਉਹਦੇ ਪਿੱਛੇ ਵੇ, ਠੀਕ ਹੈ, ਗੇਅਰ ਬਾਕਸ ਉਹਦੇ ਪਿੱਛੇ ਵੇ, ਫਿਰ ਪ੍ਰੋਪੈਲਰ ਸ਼ਾਫਟ ਲੱਗੀ ਹੈ, ਫਿਰ ਡਿਫਰੈਂਸ਼ੀਅਲ ਲੱਗਾ ਹੈ, ਐਦਾਂ ਦੀ ਕੋਈ ਚੀਜ਼ ਨਹੀਂ ਹੈ। ਫਰੰਟ ਸਾਈਡ 'ਤੇ ਇੰਜਨ ਪਿਆ, ਫਰੰਟ ਵਾਲੇ ਵੀਲਸ ਨੂੰ ਅਸੀਂ ਪਾਵਰ ਦੇਣੀ ਹੈ। ਇਸ ਕਰਕੇ ਜਿਹੜੀਆਂ ਕਲਚ ਨੇ ਜਾਂ ਜਿਹੜਾ ਗੇਅਰ ਬਾਕਸ ਹੈ ਉਹਨਾਂ ਨੂੰ ਜੋੜਨ ਦੇ ਲਈ ਜਿਹੜੇ ਲਿੰਕ ਚਾਹੀਦੇ ਨੇ ਉਹ ਸਿੰਪਲ ਲਿੰਕਸ ਵੀ ਚੱਲਣਗੇ। ਉਹਦੇ ਲਈ ਸਾਨੂੰ ਕੋਈ ਕੰਪਲੀਕੇਟਿਡ ਲਿੰਕੇਜਿਸ ਦੀ ਲੋੜ ਨਹੀਂ ਪਏਗੀ। ਸੋ ਇਹ ਸੀਗਾ ਤੁਹਾਡੇ 4 ਐਡਵਾਂਟੇਜ ਫਰੰਟ ਵੀਲ ਡਰਾਈਵ ਦੇ। ਪਹਿਲਾ ਐਡਵਾਂਟੇਜ ਕੀ ਹੋ ਗਿਆ? ਪ੍ਰੋਪੈਲਰ ਸ਼ਾਫਟ ਦੀ ਲੋੜ ਨਹੀਂ ਪਈ। ਦੂਜੇ
ਪੁਆਇੰਟ 'ਚ ਉਹਨਾਂ ਨੇ ਕੀ ਕਹਿ ਦਿੱਤਾ ਵੀ ਆਪਾਂ ਜਿਹੜੀ ਚੈਸੀ ਹੈ ਨਾ ਉਹਨੂੰ ਜਿੰਨਾ ਮਰਜ਼ੀ ਲੋਅ ਕਰ ਦਈਏ ਡਿਊ ਟੂ ਫਰੰਟ ਵੀਲ ਡਰਾਈਵ, ਪ੍ਰੋਪੈਲਰ ਸ਼ਾਫਟ ਲੱਗਣੀ ਨਹੀਂ, ਇਸ ਕਰਕੇ ਆਪਾਂ ਜਿੰਨਾ ਮਰਜ਼ੀ ਲੋਅ ਕਰ ਦਈਏ। ਤੀਜੇ ਪੁਆਇੰਟ 'ਚੋਂ ਕੀ ਕਹਿੰਦੇ ਨੇ ਵੀ ਜਿਹੜਾ ਇੰਜਨ ਹੈ ਨਾ ਉਹ ਪੁੱਲ ਕਰਦਾ ਵਹੀਕਲ ਨੂੰ ਮਤਲਬ ਖਿੱਚਦਾ ਹੈ, ਨਾ ਕਿ ਧੱਕਾ ਮਾਰਦਾ ਹੈ। ਇਸ ਤਰ੍ਹਾਂ ਜਿਹੜਾ ਵਹੀਕਲ ਹੈ ਉਹ ਸਕਿਡਿੰਗ ਦੇ ਅਗੇਂਸਟ ਜਿਹੜਾ ਉਹ ਸੇਫ ਰਹਿੰਦਾ ਹੈ, ਵੀ ਵਹੀਕਲ ਜਿਹੜਾ ਸਾਡਾ ਉਹ ਸਕਿਡ ਨਹੀਂ ਕਰਦਾ, ਸਲਿੱਪ ਨਹੀਂ ਕਰਦਾ। ਡੀ ਪੁਆਇੰਟ 'ਚੋਂ ਕੀ ਕਹਿੰਦੇ ਨੇ ਵੀ ਕਲਚ ਅਤੇ ਗੀਅਰ ਬੌਕਸ ਦੇ ਲਈ ਸਾਨੂੰ ਸਿੰਪਲੀਫਾਈਡ ਲਿੰਕੇਜਿਸ ਦੀ ਲੋੜ ਪੈਂਦੀ ਹੈ, ਕੋਈ ਕੰਪਲੀਕੇਟਿਡ ਲਿੰਕੇਜ ਦੀ ਲੋੜ ਨਹੀਂ ਪੈਂਦੀ। ਮਤਲਬ ਸਿੰਪਲ ਜੇ ਲਿੰਕ ਲਗਾ ਕੇ ਵੀ ਆਪਾਂ ਇੰਜਨ, ਕਲਚ ਅਤੇ ਗੀਅਰ ਬੌਕਸ ਤੋਂ ਪਾਵਰ ਜਿਹੜੀ ਹੈ ਉਹ ਅਗਲੇ ਵੀਲਸ ਤੱਕ ਪਹੁੰਚਾ ਸਕਦੇ ਹਾਂ। ਇਹ ਸੀਗਾ ਐਡਵਾਂਟੇਜ ਆਫ ਫਰੰਟ ਵੀਲ ਡਰਾਈਵ। ਇੱਦਾਂ ਹੀ ਜੇ ਐਡਵਾਂਟੇਜ ਨੇ ਅਤੇ ਨਾਲ ਡਿਸਐਡਵਾਂਟੇਜ ਵੀ ਹੋਣਗੇ। ਡਿਸਐਡਵਾਂਟੇਜ ਦੇ ਵਿੱਚੋਂ ਕੀ ਕਹਿੰਦੇ ਨੇ ਨੁਕਸਾਨ ਕੀ ਨੇ ਫਰੰਟ ਵੀਲ ਡਰਾਈਵ ਦੇ। ਫਰੰਟ ਵੀਲ ਡਰਾਈਵ ਦਾ ਜਿਹੜਾ ਸਭ ਤੋਂ ਪਹਿਲਾ ਨੁਕਸਾਨ ਹੈ ਨਾ ਉਹ ਇਹ ਵੇ ਵੀ ਜਿਹੜੀ ਪਾਵਰ ਹੈ ਨਾ ਇੰਜਨ ਨੇ ਜਿਹੜੀ ਪਾਵਰ ਪੈਦਾ ਕਰਨੀ ਹੈ ਉਹ ਫਰੰਟ ਵੀਲਸ ਨੂੰ ਦੇਣੀ ਹੈ। ਮਤਲਬ ਇੰਜਨ ਨੇ ਆਪਣੀ ਪਾਵਰ ਫਰੰਟ ਵੀਲਸ ਨੂੰ ਦੇਣੀ ਹੈ, ਫਰੰਟ ਵੀਲਸ ਨੂੰ ਘੁਮਾਉਣਾ ਹੈ। ਜਦੋਂ ਫਰੰਟ ਵੀਲਸ ਨੂੰ ਘੁਮਾਉਣਾ, ਜਿਹੜਾ ਸਟੀਅਰਿੰਗ ਸਿਸਟਮ ਹੈ ਉਹ ਵੀ ਫਰੰਟ ਵੀਲ 'ਤੇ ਲੱਗਾ। ਜਦੋਂ ਅਸੀਂ ਮੋੜ ਕੱਟਣਾ ਉਹ ਵੀ ਅਸੀਂ ਫਰੰਟ ਵੀਲ ਤੋਂ ਰਾਹੀਂ ਕੱਟਣਾ। ਇਸ ਕਰਕੇ ਥੋੜ੍ਹੀ ਸਟੀਅਰਿੰਗ ਦੇ ਵਿੱਚ ਜਿਹੜੀ ਹੈ ਨਾ ਉਹ ਪ੍ਰੋਬਲਮ ਆਉਂਦੀ ਹੈ। ਸਟੀਅਰਿੰਗ ਜਿਹੜਾ ਥੋੜ੍ਹਾ ਬਹੁਤਾ ਕੰਪਲੀਕੇਟਿਡ ਹੋ ਜਾਂਦਾ ਐਜ਼ ਦੀ ਫਰੰਟ ਵੀਲਸ ਆਲਸੋ ਸਟੀਅਰ ਦੀ ਵਹੀਕਲਸ। ਜਿਹੜੇ ਫਰੰਟ ਵੀਲਸ ਨੇ ਵਹੀਕਲ ਨੂੰ ਸਟੀਅਰ ਵੀ ਉਹਨੇ ਕਰਨਾ ਹੈ। ਸੋ ਦੀ ਮਕੈਨਿਜ਼ਮ ਇਜ਼ ਸਮਵਟ ਕੰਪਲੀਕੇਟਿਡ। ਇਸ ਕਰਕੇ ਜਿਹੜਾ ਮਕੈਨਿਜ਼ਮ ਹੈ ਉਹ ਥੋੜ੍ਹਾ ਕੰਪਲੀਕੇਟਿਡ ਹੋ ਜਾਂਦਾ ਹੈ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਸਾਈਕਲ ਦੀ ਐਗਜ਼ਾਮਪਲ ਦਿੰਦਾ। ਤੁਸੀਂ ਸਾਈਕਲ ਸਾਰਿਆਂ ਨੇ ਚਲਾਈ ਹੋਏਗੀ। ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ, ਪੈਡਲ ਮਾਰਦੇ ਹੋ, ਉਹ ਪੈਡਲ ਕੀ ਕਰਦੇ ਨੇ ਪਿਛਲੇ ਵਾਲੇ ਟਾਇਰ ਨੂੰ ਘੁਮਾਉਂਦੇ ਨੇ, ਠੀਕ ਹੈ। ਅੱਗੇ ਵਾਲਾ ਟਾਇਰ ਫਰੀ ਹੈ, ਅੱਗੇ ਵਾਲੇ ਟਾਇਰ ਨੂੰ ਤੁਸੀਂ ਜਿੱਧਰ ਮਰਜ਼ੀ ਹੈਂਡਲ ਮੋੜੀ ਜਾਓ ਤੁਹਾਡਾ ਉੱਧਰ ਨੂੰ ਮੁੜੀ ਜਾਏਗਾ। ਹੁਣ ਤੁਸੀਂ ਆਪ ਸੋਚੋ ਜੇ ਤੁਸੀਂ ਚੇਨ ਜਿਹੜੀ ਹੈ ਉਹ ਰੀਅਰ ਟਾਇਰ ਦੇ ਨਾਲੋਂ ਫਰੰਟ ਟਾਇਰ 'ਤੇ ਪਾਈ ਹੋਵੇ, ਠੀਕ ਹੈ, ਤੁਸੀਂ ਫਰੰਟ ਵਾਲੇ ਵੀਲਸ ਨੂੰ ਘੁਮਾਉਂਦੇ ਹੋ ਅਤੇ ਉਹਨੂੰ ਮੋੜਨਾ ਹੋਵੇ, ਉਹ ਕਿੰਨਾ ਮੁਸ਼ਕਿਲ ਹੋਏਗਾ। ਸਿਮਿਲਰਲੀ ਉਹੀ ਚੀਜ਼ ਇੱਥੇ ਵੇ ਵੀ ਜਿਹੜੇ ਫਰੰਟ ਵੀਲਸ ਨੇ ਨਾ ਅਸੀਂ ਉਹਨਾਂ ਨੂੰ ਪਾਵਰ ਦਿੰਦੇ ਪਏ ਹਾਂ ਅਤੇ ਉਹਨੂੰ ਹੀ ਸਟੀਅਰਿੰਗ ਕਰਦੇ ਪਏ ਹਾਂ, ਉਹਨਾਂ ਨੂੰ ਮੋੜਦੇ ਪਏ ਹਾਂ। ਇਹ ਸਿਸਟਮ ਜਿਹੜਾ ਇਹ ਥੋੜ੍ਹਾ ਜਿਹਾ ਕੰਪਲੀਕੇਟਿਡ ਹੋ ਜਾਂਦਾ ਹੈ, ਬਟ ਇਸ ਚੀਜ਼ ਦੀ ਕੰਪਲੀਕੇਸ਼ਨ ਨੂੰ ਵੀ ਦੂਰ ਕੀਤਾ ਜਾ ਚੁੱਕਾ ਹੈ। ਅੱਜ ਕੱਲ੍ਹ ਇੱਦਾਂ ਦੇ ਸਟੀਅਰਿੰਗ ਸਿਸਟਮ ਆ ਗਏ ਨੇ ਜਿਹੜੇ ਇੱਦਾਂ ਦੀ ਕੰਪਲੀਕੇਸ਼ਨਸ ਨੂੰ ਦੂਰ ਕਰ ਦਿੰਦੇ ਨੇ। ਸੋ ਬਟ ਹੈਗਾ ਹੈ ਡਿਸਐਡਵਾਂਟੇਜ ਹੈ ਵੀ ਡਿਸਐਡਵਾਂਟੇਜ ਕੀ ਹੋ ਗਿਆ ਫਰੰਟ ਵੀਲ ਡਰਾਈਵ ਦਾ, ਜਿਹੜੀ ਸਟੀਅਰਿੰਗ ਸਿਸਟਮ ਹੈ ਉਹ ਥੋੜ੍ਹਾ ਜਿਹਾ ਕੰਪਲੀਕੇਟਿਡ ਹੋ ਜਾਂਦਾ ਹੈ। ਨੈਕਸਟ ਕੀ ਕਹਿੰਦੇ ਨੇ ਐਜ਼ ਦੀ ਵੇਟ ਐਟ ਫਰੰਟ ਐਂਡ ਇਜ਼ ਇੰਕਰੀਜ਼ਡ ਦੀ ਸਟੀਅਰਿੰਗ ਬਿਕਮਸ ਹੈਵੀ। ਉਹਨਾਂ ਕੀ ਕਹਿੰਦੇ ਨੇ ਇੰਜਨ ਵੀ ਅੱਗੇ ਆ ਗਿਆ, ਗੀਅਰ ਬੌਕਸ ਵੀ ਅੱਗੇ ਆ ਗਿਆ, ਕਲੱਚ ਵੀ ਅੱਗੇ, ਪ੍ਰੋਪੈਲਰ ਸ਼ਾਫਟ ਯੂਜ਼ ਨਹੀਂ ਕੀਤੀ। ਮਤਲਬ ਜਿਹੜਾ ਮੋਸਟਲੀ ਗੱਡੀ ਦਾ ਭਾਰ ਹੈ ਨਾ ਉਹ ਇੰਜਨ ਹੀ ਹੁੰਦਾ ਹੈ, ਠੀਕ ਹੈ। ਇੰਜਨ ਵੀ ਅੱਗੇ ਆ ਗਿਆ, ਤੁਹਾਡਾ ਗੀਅਰ ਬੌਕਸ ਵੀ ਅੱਗੇ ਆ ਗਿਆ, ਸਾਰਾ ਫਰੰਟ ਐਕਸਲ ਵੀ ਲੱਗ ਗਿਆ, ਫਰੰਟ ਐਕਸਲ ਨੂੰ ਅਸੀਂ ਪਾਵਰ ਵੀ ਦੇਣੀ ਸ਼ੁਰੂ ਕਰਤੀ। ਸਾਰਾ ਜਿਹੜਾ ਭਾਰ ਹੈ ਉਹ ਅੱਗੇ ਆਉਣਾ ਸ਼ੁਰੂ ਹੋ ਗਿਆ, ਗੱਡੀ ਦਾ ਅੱਗੇ ਆ ਗਿਆ। ਉਸ ਦੇ ਨਾਲ ਕੀ ਹੋਇਆ, ਜਿਹੜਾ ਸਟੀਅਰਿੰਗ ਸਿਸਟਮ ਸੀਗਾ ਉਹ ਥੋੜ੍ਹਾ ਜਿਹਾ ਹੈਵੀ ਹੋ ਗਿਆ। ਮਤਲਬ ਉਹਨੂੰ ਸਟੀਅਰ ਕਰਨਾ ਥੋੜ੍ਹਾ ਜਿਹਾ ਹੈਵੀ ਹੋ ਗਿਆ। ਹੈਵੀ ਦਾ ਮਤਲਬ ਕੀ ਹੈ, ਜਦੋਂ ਤੁਸੀਂ ਐਕਟਿਵਾ ਡਰਾਈਵ ਕਰਦੇ ਹੋ ਜਾਂ ਬਾਈਕ ਡਰਾਈਵ ਕਰਦੇ ਹੋ, ਮੰਨ ਲਓ ਤੁਸੀਂ ਐਕਟਿਵਾ ਡਰਾਈਵ ਕਰਦੇ ਪਏ ਹੋ, ਐਕਟਿਵਾ ਤੁਸੀਂ ਇਕੱਲੇ ਚਲਾਉਂਦੇ ਪਏ ਹੋ, ਤੁਹਾਡੇ ਕੋਲ ਐਕਟਿਵਾ ਬੜੀ ਵਧੀਆ ਚੱਲੇਗੀ, ਕੋਈ ਪ੍ਰੋਬਲਮ ਨਹੀਂ ਆਏਗੀ। ਇਹੀ ਤੁਸੀਂ ਐਕਟਿਵਾ ਦੇ ਅੱਗੇ ਕੋਈ 2-3 ਬੋਰੀਆਂ ਰੱਖ ਲਓ ਭਾਰੀਆਂ ਭਾਰੀਆਂ, ਜਿਹੜੀ ਅੱਗੇ ਜਗ੍ਹਾ ਹੁੰਦੀ ਸਪੇਸ ਹੁੰਦੀ ਹੈ, ਉੱਥੇ ਕੋਈ ਹੈਵੀ ਚੀਜ਼ ਰੱਖ ਲਓ, 50-60 ਕਿੱਲੋ ਦੀ ਕੋਈ ਚੀਜ਼ ਰੱਖ ਲਓ, ਇੱਕ ਬੋਰੀ ਰੱਖ ਲਓ 50-60 ਕਿੱਲੋ ਦੀ, ਜਾਂ ਹੋਰ ਕੋਈ ਹੈਵੀ ਚੀਜ਼ ਰੱਖ ਲਓ, ਕੋਈ ਕਿਸੇ ਨੂੰ ਖੜਾ ਕਰ ਲਓ, ਕਿਸੇ ਨੂੰ ਬਿਠਾ ਲਓ, ਅਤੇ ਤੁਹਾਨੂੰ ਜਦੋਂ ਤੁਸੀਂ ਐਕਟਿਵਾ ਚਲਾਓਗੇ ਨਾ ਤੁਹਾਡਾ ਐਕਟਿਵਾ 'ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਬਣ ਪਾਏਗਾ। ਜਿਹੜਾ ਸਟੀਅਰਿੰਗ ਹੋਏਗੀ ਨਾ, ਸਟੀਅਰਿੰਗ ਮੁਸ਼ਕਿਲ ਹੋਏਗੀ। ਉੱਦਾਂ ਭਾਵੇਂ ਤੁਸੀਂ ਇੱਕ ਹੱਥ ਨਾਲ ਐਕਟਿਵਾ ਚਲਾਈ ਜਾਓ, ਬਟ ਜਦੋਂ ਅੱਗੇ ਵੇਟ ਪਿਆ ਹੋਏਗਾ ਉਦੋਂ ਤੁਸੀਂ ਇੱਕ ਹੱਥ ਨਾਲ ਐਕਟਿਵਾ ਨਹੀਂ ਚਲਾ ਸਕਦੇ। ਤੁਸੀਂ ਇੱਕ ਹੱਥ ਐਕਟਿਵਾ ਤੋਂ ਚੱਕੋਗੇ, ਹੈਂਡਲ ਉਸੇ ਟਾਈਮ ਵਾਈਬਰੇਟ ਕਰਨਾ ਸਟਾਰਟ ਕਰ ਦੇਗਾ। ਮਤਲਬ ਕੀ ਹੈ, ਜਦੋਂ ਅੱਗੇ ਵੇਟ ਐਡ ਕਰਦੇ ਨਾ ਆਪਾਂ ਕਿਸੇ ਵੀ ਵਹੀਕਲ 'ਤੇ ਉਹਦਾ ਸਟੀਅਰਿੰਗ ਸਿਸਟਮ ਜਿਹੜਾ ਉਹ ਥੋੜ੍ਹਾ ਮਤਲਬ ਹੈਵੀ ਹੋ ਜਾਂਦਾ ਹੈ। ਆਪਾਂ ਸਾਈਕਲ ਦੀ ਗੱਲ ਕਰ ਦਈਏ, ਮੰਨ ਲਓ ਸਾਈਕਲ ਤੁਸੀਂ ਇਕੱਲੇ ਚਲਾਉਂਦੇ ਪਏ ਹੋ, ਚੱਲੀ ਜਾਏਗੀ। ਇਹੀ ਤੁਸੀਂ ਅੱਗੇ ਸਾਈਕਲ ਦੇ ਕਿਸੇ ਨੂੰ ਬਿਠਾ ਲਓ ਅਤੇ ਫਿਰ ਤੁਸੀਂ ਸਟੀਅਰਿੰਗ ਕਰਨ ਦੀ ਕੋਸ਼ਿਸ਼ ਕਰੋਗੇ, ਫਿਰ ਤੁਹਾਡਾ ਥੋੜ੍ਹਾ ਜ਼ੋਰ ਜ਼ਿਆਦਾ ਲੱਗੇਗਾ। ਉਹ ਜ਼ੋਰ ਜ਼ਿਆਦਾ ਲੱਗਣ ਦਾ ਕਾਰਨ ਕੀ ਹੈ ਵੀ ਉਹਦਾ ਜਿਹੜਾ ਫਰੰਟ ਵਾਲਾ ਪਾਰਟ ਸੀਗਾ ਉਹ ਹੈਵੀ ਹੋ ਗਿਆ। ਫਰੰਟ ਵਾਲਾ ਪਾਰਟ ਹੈਵੀ ਹੋਣ ਦੇ ਨਾਲ ਤੁਹਾਡਾ ਸਿਸਟਮ ਜਿਹੜਾ ਸੀਗਾ ਸਾਰਾ ਸੀਗਾ ਉਹ ਵੀ ਸਟੀਅਰਿੰਗ ਸਿਸਟਮ ਜਿਹੜਾ ਸੀਗਾ ਉਹ ਹੈਵੀ ਹੋ ਗਿਆ ਥੋੜ੍ਹਾ ਜਿਹਾ। ਥਰਡ ਪੁਆਇੰਟ ਜਿਹੜੀ ਡਿਸਐਡਵਾਂਟੇਜ ਹੈ ਉਹ ਕੀ ਕਹਿੰਦੇ ਨੇ, ਇਟ ਇਜ਼ ਨੋਟ ਪ੍ਰੈਫਰੇਬਲ ਵਾਈਲ ਗੋਇੰਗ ਅਪ ਹਿਲ। ਜਦੋਂ ਕੋਈ ਵੀ ਢਲਾਨ ਆਪਾਂ ਚੜ੍ਹਦੇ ਆ ਨਾ ਉਦੋਂ ਫਰੰਟ ਵੀਲ ਡਰਾਈਵ ਜਿਹੜੀ ਹੈ ਉਹ ਕਾਮਯਾਬ ਨਹੀਂ ਮੰਨੀ ਗਈ। ਕੋਈ ਵੀ ਜਦੋਂ ਢਲਾਨ ਚੜ੍ਹਨੀ ਹੈ ਉਦੋਂ ਫਰੰਟ ਵੀਲ ਡਰਾਈਵ ਨੂੰ ਅਸੀਂ ਕਾਮਯਾਬ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਫੋਰ ਐਗਜ਼ਾਮਪਲ ਇੱਕ ਢਲਾਨ ਹੈ, ਉਸ ਢਲਾਨ 'ਤੇ ਇੱਕ ਬਾਈਕ ਹੈ, ਬਾਈਕ ਜਾਂਦਾ ਪਿਆ, ਬਾਈਕ ਉੱਥੇ ਰੁਕ ਗਿਆ। ਇੱਕ ਢਲਾਨ ਸੀਗੀ, ਅਸੀਂ ਉੱਤੇ ਬਾਈਕ ਚਲਾਉਂਦੇ ਪਏ ਸੀਗੇ, ਸਾਡੀ ਬਾਈਕ ਉੱਥੇ ਰੁਕ ਗਈ। ਹੁਣ ਬਾਈਕ ਜਦੋਂ ਰੁਕ ਗਈ
ਆਪਾਂ ਜਿੱਦਾਂ ਹੀ ਬਾਈਕ ਰੁਕੀ, ਆਪਾਂ ਗੇਅਰ 'ਚ ਬਾਈਕ ਰੁਕ ਗਈ, ਜਿੱਦਾਂ ਹੀ ਗੇਅਰ ਕੱਢਣ ਦੀ ਕੋਸ਼ਿਸ਼ ਕਰਾਂਗੇ ਬਾਈਕ ਨਾ ਪਿੱਛੇ ਨੂੰ ਜਾਣੀ ਸਟਾਰਟ ਹੋ ਜਾਏਗੀ। ਜਿੱਦਾਂ ਹੀ ਆਪਾਂ ਗੇਅਰ ਕੱਢਾਂਗੇ, ਜਾਂ ਤਾਂ ਸਾਨੂੰ ਬ੍ਰੇਕ ਨੱਪ ਕੇ ਰੱਖਣੀ ਪਏਗੀ ਜਾਂ ਗੇਅਰ ਪਾ ਕੇ ਰੱਖਣਾ ਪਏਗਾ। ਜਿੱਦਾਂ ਹੀ ਅਸੀਂ ਬ੍ਰੇਕ ਛੱਡਦੇ ਹਾਂ ਜਾਂ ਗੇਅਰ ਕੱਢਦੇ ਹਾਂ, ਬਾਈਕ ਸਾਡੀ ਪਿੱਛੇ ਨੂੰ ਜਾਣੀ ਸਟਾਰਟ ਕਰ ਦਿੰਦੀ ਹੈ। ਹੁਣ ਅਸੀਂ ਬਾਈਕ ਨੂੰ ਅੱਗੇ ਲੈ ਕੇ ਜਾਣਾ ਹੈ। ਬਾਈਕ ਨੂੰ ਅੱਗੇ ਲੈ ਕੇ ਕਿੱਦਾਂ ਜਾਇਆ ਜਾ ਸਕਦਾ ਹੈ? ਜੇ ਕਿ ਪਿੱਛੋਂ ਕੋਈ ਧੱਕਾ ਮਾਰੇਗਾ ਫਿਰ ਹੀ ਬਾਈਕ ਨੂੰ ਅੱਗੇ ਲੈ ਕੇ ਜਾਇਆ ਜਾ ਸਕੇਗਾ। ਜੇ ਸਾਡੀ ਬਾਈਕ ਨੂੰ ਕੋਈ ਪੁਸ਼ ਕਰੇਗਾ ਫਿਰ ਹੀ ਬਾਈਕ ਅੱਗੇ ਜਾਊਗੀ। ਜੇ ਕੋਈ ਅੱਗੋਂ ਜਾ ਕੇ ਪੁੱਲ ਕਰੀ ਜਾਵੇ ਤਾਂ ਬਾਈਕ ਨੇ ਅੱਗੇ ਨਹੀਂ ਜਾਣਾ। ਠੀਕ ਹੈ, ਬਾਈਕ ਪੁੱਲ ਲੈਣ ਦੇ ਵਿੱਚ ਜ਼ਿਆਦਾ ਜ਼ੋਰ ਲਾਏਗੀ, ਪੁਸ਼ ਲੈਣ ਦੇ ਵਿੱਚ ਘੱਟ ਜ਼ੋਰ ਲਾਏਗੀ। ਜਦ ਕਿ ਆਪਾਂ ਪੜ੍ਹਿਆ ਵੀ ਫਰੰਟ ਵੀਲ ਡਰਾਈਵ ਦੇ ਵਿੱਚ ਕੀ ਹੁੰਦਾ ਹੈ, ਇੰਜਨ ਵਹੀਕਲ ਨੂੰ ਪੁੱਲ ਕਰਦਾ, ਪੁਸ਼ ਨਹੀਂ ਕਰਦਾ। ਠੀਕ ਹੈ, ਇੰਜਨ ਵਹੀਕਲ ਨੂੰ ਪੁੱਲ ਕਰਦਾ, ਖਿੱਚਦਾ ਹੈ, ਧੱਕਾ ਨਹੀਂ ਮਾਰਦਾ। ਠੀਕ ਹੈ, ਸੋ ਇੱਥੋਂ ਸਾਨੂੰ ਕੀ ਪਤਾ ਲੱਗਿਆ ਵੀ ਜਦੋਂ ਆਪਾਂ ਢਲਾਣ ਚੜ੍ਹਦੇ ਪਿਆ ਨਾ, ਉਦੋਂ ਫਰੰਟ ਵੀਲ ਡਰਾਈਵ ਜਿਹੜੀ ਹੈ ਉਹ ਕਾਮਯਾਬ ਨਹੀਂ ਹੋਏਗੀ। ਕਿਉਂ ਨਹੀਂ ਕਾਮਯਾਬ ਹੋਏਗੀ? ਕਿਉਂਕਿ ਫਰੰਟ ਵੀਲ ਡਰਾਈਵ ਨੇ ਇੰਜਨ ਨੂੰ ਖਿੱਚਣਾ। ਠੀਕ ਹੈ, ਨਾ ਕਿ ਧੱਕਾ ਮਾਰਨਾ। ਜੇ ਇੰਜਨ ਨੂੰ ਧੱਕਾ ਵਹੀਕਲ ਨੂੰ ਧੱਕਾ ਮਾਰਦਾ ਹੁੰਦਾ ਨਾ ਇੰਜਨ, ਅਤੇ ਫਰੰਟ ਵੀਲ ਡਰਾਈਵ ਜਿਹੜੀ ਹੈ ਉਹਨੂੰ ਫਿਰ ਆਪਾਂ ਰੀਅਰ ਵੀਲ ਡਰਾਈਵ ਕਹਾਂਗੇ। ਕਿਉਂਕਿ ਰੀਅਰ ਵੀਲ ਡਰਾਈਵ ਦੇ ਵਿੱਚ ਇੰਜਨ ਜਿਹੜਾ ਉਹ ਵਹੀਕਲ ਨੂੰ ਧੱਕਾ ਮਾਰਦਾ, ਫਰੰਟ ਵੀਲ ਡਰਾਈਵ ਦੇ ਵਿੱਚ ਇੰਜਨ ਕੀ ਕਰਦਾ, ਵਹੀਕਲ ਨੂੰ ਖਿੱਚਦਾ। ਜਦੋਂ ਆਪਾਂ ਢਲਾਣ ਚੜ੍ਹਦੇ ਹਾਂ ਉਦੋਂ ਖਿੱਚਣ ਵਾਲਾ ਕੰਮ ਜਿਹੜਾ ਹੈ ਉਹ ਕਾਮਯਾਬ ਨਹੀਂ ਰਹਿੰਦਾ, ਉਦੋਂ ਧੱਕਾ ਮਾਰਨ ਵਾਲਾ ਕੰਮ ਜਿਹੜਾ ਹੈ ਉਹ ਕਾਮਯਾਬ ਰਹਿੰਦਾ। ਇਸ ਕਰਕੇ ਜਦੋਂ ਕੋਈ ਵੀ ਢਲਾਣ ਦੀ ਗੱਲ ਹੋਏਗੀ, ਅਪ ਹਿਲ ਦੀ ਗੱਲ ਹੋਏਗੀ, ਉੱਪਰ ਚੜ੍ਹਨ ਦੀ ਗੱਲ ਹੋਏਗੀ ਅਪ ਹਿਲ ਦੇ, ਤਾਂ ਫਰੰਟ ਵੀਲ ਡਰਾਈਵ ਜਿਹੜੀ ਹੈ ਉਹ ਕਾਮਯਾਬ ਨਹੀਂ ਹੈ। 3 ਡਿਸਐਡਵਾਂਟੇਜ ਹੋ ਗਈਆਂ। ਪਹਿਲੀ ਡਿਸਐਡਵਾਂਟੇਜ ਕੀ ਸੀਗੀ? ਸਟੀਅਰਿੰਗ ਸਿਸਟਮ ਕੰਪਲੀਕੇਟਿਡ ਹੋਏਗਾ। ਦੂਜੀ ਕੀ ਸੀਗੀ? ਸਟੀਅਰਿੰਗ ਸਿਸਟਮ ਹੈਵੀ ਹੋਏਗਾ। ਤੀਜਾ ਕੀ ਆ ਗਿਆ? ਜਦੋਂ ਅਸੀਂ ਢਲਾਣ ਚੜ੍ਹਦੇ ਪਏ ਹਾਂ ਉਦੋਂ ਫਰੰਟ ਵੀਲ ਡਰਾਈਵ ਜਿਹੜੀ ਹੈ ਉਹ ਪ੍ਰੈਫਰੇਬਲ ਨਹੀਂ ਹੈ। ਨੈਕਸਟ ਆ ਗਿਆ ਜੀ ਰੀਅਰ ਵੀਲ ਡਰਾਈਵ। ਰੀਅਰ ਵੀਲ ਡਰਾਈਵ ਕੀ ਚੀਜ਼ ਹੈ? ਜਿੱਦਾਂ ਅਸੀਂ ਫਰੰਟ ਵੀਲ ਡਰਾਈਵ ਪੜ੍ਹਿਆ ਸੀਗਾ ਉੱਦਾਂ ਹੀ ਸੇਮ ਰੀਅਰ ਵੀਲ ਡਰਾਈਵ ਹੈ। ਇਹਦੇ ਵਿੱਚ ਅਰੇਂਜਮੈਂਟ ਜਿਹੜਾ ਹੈ ਥੋੜ੍ਹਾ ਜਿਹਾ ਅਲੱਗ ਹੈ। ਰੀਅਰ ਵੀਲ ਡਰਾਈਵ ਦੇ ਵਿੱਚ ਉਹ ਕੀ ਕਹਿੰਦੇ ਨੇ, ਇਨ ਦੀ ਸਿਸਟਮ, ਇਸ ਸਿਸਟਮ ਦੇ ਵਿੱਚ ਪਾਵਰ ਆਫ ਦੀ ਇੰਜਨ, ਜਿਹੜੀ ਇੰਜਨ ਦੀ ਪਾਵਰ ਹੈ, ਇਜ਼ ਟਰਾਂਸਮਿਟਡ, ਉਹਨੂੰ ਟਰਾਂਸਮਿਟ ਕੀਤਾ ਜਾਂਦਾ, ਉਹਨੂੰ ਸ਼ਿਫਟ ਕੀਤਾ ਜਾਂਦਾ ਹੈ ਟੂ ਦੀ ਰੀਅਰ ਐਕਸਲ। ਕਿੱਥੇ? ਰੀਅਰ ਐਕਸਲ ਵਾਲੀ ਸਾਈਡ 'ਤੇ। ਜਿਹੜਾ ਐਕਸਲ ਪਿੱਛੇ ਲੱਗਾ ਵਹੀਕਲ ਦੇ ਰੀਅਰ ਸਾਈਡ 'ਤੇ ਲੱਗਾ, ਉਸ ਐਕਸਲ ਦੀ ਸਾਈਡ 'ਤੇ ਆਪਾਂ ਪਾਵਰ ਨੂੰ ਸ਼ਿਫਟ ਕਰਾਂਗੇ ਵਿਦ ਦੀ ਹੈਲਪ ਆਫ ਪ੍ਰੋਪੈਲਰ ਸ਼ਾਫਟ। ਸ਼ਿਫਟ ਕਿਹਦੇ ਨਾਲ ਕਰਾਂਗੇ? ਪ੍ਰੋਪੈਲਰ ਸ਼ਾਫਟ ਦੀ ਮਦਦ ਦੇ ਨਾਲ। ਵੀ ਮਤਲਬ ਇੱਕ ਪ੍ਰੋਪੈਲਰ ਸ਼ਾਫਟ ਹੈ, ਉਸ ਪ੍ਰੋਪੈਲਰ ਸ਼ਾਫਟ ਦੀ ਹੈਲਪ ਦੇ ਨਾਲ ਅਸੀਂ ਇੰਜਨ ਦੀ ਪਾਵਰ ਨੂੰ ਪਿੱਛੇ ਟਰਾਂਸਮਿਟ ਕਰਾਂਗੇ, ਵਿਚ ਡਰਾਈਵ ਦੀ ਰੀਅਰ ਵੀਲਸ, ਜਿਹੜੀ ਕੀ ਕਰੇਗੀ? ਰੀਅਰ ਵੀਲਸ ਨੂੰ ਡਰਾਈਵ ਕਰੇਗੀ। ਜਿਹੜੇ ਰੀਅਰ ਵਾਲੇ ਵੀਲਸ ਨੇ, ਪਿੱਛੇ ਵਾਲੇ ਵੀਲਸ ਨੇ, ਉਹਨਾਂ ਨੂੰ ਪਾਵਰ ਮਿਲੇਗੀ। ਫਰੰਟ ਵਾਲੇ ਜਿਹੜੇ ਵੀਲਸ ਨੇ ਉਹ ਫਰੀ ਰਹਿਣਗੇ। ਇਟ ਇਜ਼ ਜਨਰਲੀ ਯੂਜ਼ਡ ਇਨ ਜੀਪਸ, ਪਿਕਅਪਸ ਐਟਸੈਕਟਰਾ। ਜਿਹੜੀਆਂ ਜੀਪਸ ਆਉਂਦੀਆਂ ਨੇ, ਪਿਕਅਪਸ ਆਉਂਦੀਆਂ ਨੇ, ਬੱਸ ਆਉਂਦੀਆਂ ਆਪਣੀਆਂ, ਟਰੱਕ ਆਉਂਦੇ ਨੇ, ਸਾਰਿਆਂ ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹਾਂ? ਰੀਅਰ ਵੀਲ ਡਰਾਈਵ ਯੂਜ਼ ਕਰਦੇ ਹਾਂ। ਮਤਲਬ ਫਰੰਟ ਵੀਲ ਡਰਾਈਵ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਇੰਜਨ ਫਰੰਟ 'ਤੇ ਪਿਆ, ਪਾਵਰ ਵੀ ਫਰੰਟ 'ਤੇ ਦਿੱਤੀ ਜਾ ਰਹੀ ਹੈ। ਰੀਅਰ ਵੀਲ ਡਰਾਈਵ ਦੇ ਵਿੱਚ ਆਪਾਂ ਕੀ ਗੱਲ ਕਰਦੇ ਪਏ ਹਾਂ? ਇੰਜਨ ਚਾਹੇ ਫਰੰਟ 'ਤੇ ਪਿਆ, ਚਾਹੇ ਸੈਂਟਰ 'ਤੇ ਪਿਆ, ਚਾਹੇ ਪਿੱਛੇ ਪਿਆ, ਬਟ ਜਿਹੜੀ ਆਪਾਂ ਡਰਾਈਵ ਦੇਣੀ ਹੈ ਉਹ ਰੀਅਰ ਵੀਲਸ ਨੂੰ ਦੇਣੀ ਹੈ। ਜਿਹੜੇ ਪਿੱਛੇ ਵਾਲੇ ਵੀਲਸ ਨੇ ਉਹਨਾਂ ਨੂੰ ਡਰਾਈਵ ਦੇਣ ਦੀ ਕੋਸ਼ਿਸ਼ ਕਰਨੀ ਹੈ, ਉਹਨਾਂ ਨੂੰ ਡਰਾਈਵ ਦੇਵਾਂਗੇ ਵਿਦ ਦੀ ਹੈਲਪ ਆਫ ਰੀਅਰ ਐਕਸਲ, ਅਤੇ ਉਹਨੂੰ ਅਸੀਂ ਕਹਾਂਗੇ ਰੀਅਰ ਵੀਲ ਡਰਾਈਵ। ਰੀਅਰ ਵੀਲ ਡਰਾਈਵ ਦੇ ਕੀ ਇੱਕ ਡਾਇਗਰਾਮ ਤੁਸੀਂ ਦੇਖ ਸਕਦੇ ਹੋ ਵੀ ਰੀਅਰ ਵੀਲ ਡਰਾਈਵ ਦਾ ਕੀ ਡਾਇਗਰਾਮ ਹੈ। ਇੰਜਨ ਜਿਹੜਾ ਉਹ ਫਰੰਟ 'ਤੇ ਪਿਆ, ਠੀਕ ਹੈ ਜੀ, ਇਹ ਫਰੰਟ ਸਾਈਡ ਹੈ, ਇਹ ਫਰੰਟ ਸਾਈਡ ਆ ਗਈ, ਇਹ ਰੀਅਰ ਸਾਈਡ ਆ ਗਈ। ਇੰਜਨ ਜਿਹੜਾ ਉਹ ਫਰੰਟ 'ਤੇ ਪਿਆ, ਇੰਜਨ ਦੇ ਅੱਗੇ ਕੀ ਹੈ? ਫਰੰਟ ਐਕਸਲ। ਫਰੰਟ ਐਕਸਲ ਦਾ ਇੰਜਨ ਦੇ ਨਾਲ ਕੋਈ ਲਿੰਕ ਨਹੀਂ, ਕਿਉਂਕਿ ਇੰਜਨ ਨੇ ਪਾਵਰ ਦਿੱਤੀ ਫਲਾਈ ਵੀਲ ਨੂੰ, ਫਲਾਈ ਵੀਲ ਨੇ ਅੱਗੇ ਪਾਵਰ ਦਿੱਤੀ ਕਲਚ ਨੂੰ, ਕਲਚ ਨੇ ਪਾਵਰ ਅੱਗੇ ਦਿੱਤੀ ਗੀਅਰ ਬਾਕਸ ਨੂੰ, ਗੀਅਰ ਬਾਕਸ ਤੋਂ ਪਾਵਰ ਅੱਗੇ ਗਈ ਪ੍ਰੋਪੈਲਰ ਸ਼ਾਫਟ ਵਾਲੀ ਸਾਈਡ 'ਤੇ, ਪ੍ਰੋਪੈਲਰ ਸ਼ਾਫਟ ਨੇ ਪਾਵਰ ਦਿੱਤੀ ਅੱਗੇ ਡਿਫਰੈਂਸ਼ੀਅਲ ਨੂੰ, ਡਿਫਰੈਂਸ਼ੀਅਲ ਨੇ ਪਾਵਰ ਦਿੱਤੀ ਰੀਅਰ ਐਕਸਲ ਨੂੰ, ਰੀਅਰ ਐਕਸਲ ਨੇ ਕੀ ਕੀਤਾ? ਵੀਲਸ ਨੂੰ ਪਾਵਰ ਦੇ ਕੇ ਵਹੀਕਲ ਨੂੰ ਮੂਵ ਕਰਨ ਦੇ ਵਿੱਚ ਹੈਲਪ ਕਰਾਇਆ। ਸੋ ਇੱਥੋਂ ਸਾਨੂੰ ਕੀ ਪਤਾ ਲੱਗਾ? ਇੰਜਨ ਫਰੰਟ 'ਤੇ ਪਿਆ ਸੀਗਾ, ਬਟ ਜਿਹੜੀ ਡਰਾਈਵ ਦਿੱਤੀ ਉਹ ਅਸੀਂ ਕਿੱਥੇ ਦਿੱਤੀ? ਰੀਅਰ ਸਾਈਡ 'ਤੇ, ਰੀਅਰ ਵਾਲੇ ਵੀਲਸ ਨੂੰ। ਫਰੰਟ ਵਾਲੇ ਜਿਹੜੇ ਵੀਲਸ ਨੇ ਉਹ ਫਰੀ ਨੇ, ਉਹਨਾਂ ਦਾ ਕੋਈ ਕੰਮ ਨਹੀਂ ਇੱਥੇ, ਉਹਨਾਂ ਦਾ ਬਸ ਸਟੀਅਰਿੰਗ ਕਰਾਉਣ ਦਾ ਕੰਮ ਹੈ। ਅਤੇ ਰੀਅਰ ਵਾਲੇ ਵੀਲਸ ਦਾ ਕੰਮ ਕੀ ਹੈ? ਪਾਵਰ ਇੰਜਨ ਤੋਂ ਲੈ ਕੇ ਵਹੀਕਲ ਨੂੰ ਅੱਗੇ ਨੂੰ ਪੁਸ਼ ਕਰਨਾ, ਵਹੀਕਲ ਨੂੰ ਅੱਗੇ ਨੂੰ ਧੱਕਾ ਮਾਰਨਾ। ਇਹਨੂੰ ਅਸੀਂ ਕਹਿੰਦੇ ਹਾਂ ਰੀਅਰ ਵੀਲ ਡਰਾਈਵ। ਹੁਣ ਰੀਅਰ ਵੀਲ ਡਰਾਈਵ ਦੇ ਕੀ ਫਾਇਦੇ ਨੇ? ਇਹਦੇ ਵੀ ਐਡਵਾਂਟੇਜਿਸ ਨੇ ਅਤੇ ਡਿਸਐਡਵਾਂਟੇਜਿਸ ਨੇ। ਰੀਅਰ ਵੀਲ ਡਰਾਈਵ ਦਾ ਜਿਹੜਾ ਸਭ ਤੋਂ ਪਹਿਲਾ ਐਡਵਾਂਟੇਜ ਹੋ ਗਿਆ ਉਹ ਇਹ ਹੋ ਗਿਆ ਵੀ ਸਟੀਅਰਿੰਗ ਸਿਸਟਮ ਜਿਹੜਾ ਸੀਗਾ ਉਹ ਸਿੰਪਲ ਹੋ ਗਿਆ। ਸਟੀਅਰਿੰਗ ਸਿਸਟਮ ਸਿੰਪਲ ਕਿਉਂ ਹੋ ਗਿਆ? ਕਿਉਂਕਿ ਫਰੰਟ ਵੀਲ ਦੇ 'ਤੇ ਡਰਾਈਵ 'ਤੇ ਆਪਾਂ ਪਾਵਰ ਤਾਂ ਦਿੱਤੀ ਨਹੀਂ, ਫਰੰਟ ਵੀਲ ਨੂੰ ਪਾਵਰ ਆਪਾਂ ਦਿੱਤੀ ਰੀਅਰ ਵੀਲਸ ਨੂੰ, ਫਰੰਟ ਵੀਲ ਫਰੀ ਨੇ। ਇਸ ਕਰਕੇ ਨੋ ਕੰਪਲੀਕੇਟਿਡ ਮਕੈਨਿਜ਼ਮ ਫॉर ਸਟੀਅਰਿੰਗ ਇਜ਼ ਰਿਕੁਆਇਰਡ ਐਜ਼ ਦੀ ਡਰਾਈਵਿੰਗ ਵੀਲਸ ਆਰ
डिफरेंट। ਵੀ ਜਿਹੜੇ ਫਰੰਟ ਵਾਲੇ ਵੀਲਸ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ 'ਚ ਆਪਾਂ ਕੰਪਲੀਕੇਟਿਡ ਸਟੀਅਰਿੰਗ ਸਿਸਟਮ ਦੀ ਜ਼ਰੂਰਤ ਨਹੀਂ ਪੈਣੀ। ਕਿਉਂ ਨਹੀਂ ਪੈਣੀ? ਕਿਉਂਕਿ ਜਿਹੜੀ ਇੰਜਨ ਦੀ ਪਾਵਰ ਹੈ ਉਹ ਰੀਅਰ ਵੀਲਸ ਨੂੰ ਜਾਂਦੀ ਪਈ ਹੈ। ਡਰਾਈਵਿੰਗ ਵੀਲਸ ਰੀਅਰ ਵਾਲੇ ਵੀਲਸ ਨੇ, ਫਰੰਟ ਵਾਲੇ ਜਿਹੜੇ ਵੀਲਸ ਨੇ ਉਹ ਡਰਾਈਵਿੰਗ ਵੀਲਸ ਨਹੀਂ ਨੇ। ਇਸ ਕਰਕੇ ਸਾਨੂੰ ਜਿਹੜਾ ਸਟੀਅਰਿੰਗ ਸਿਸਟਮ ਯੂਜ਼ ਕਰਨਾ ਪਏਗਾ ਉਹ ਅਸੀਂ ਸਿੰਪਲ ਜਿਹਾ ਸਟੀਅਰਿੰਗ ਸਿਸਟਮ ਵੀ ਯੂਜ਼ ਕਰ ਸਕਦੇ ਹਾਂ ਜੇ ਅਸੀਂ ਰੀਅਰ ਵੀਲ ਡਰਾਈਵ ਯੂਜ਼ ਕਰਦੇ ਪਏ ਹਾਂ। ਨੈਕਸਟ ਕੀ ਕਹਿੰਦੇ ਨੇ, ਦੀ ਪੁਸ਼ਿੰਗ ਇਫੈਕਟ ਆਫ ਰੀਅਰ ਵੀਲਸ ਟੂ ਦੀ ਵਹੀਕਲ ਗਿਵਸ ਮੋਰ ਸਟੇਬਿਲਿਟੀ ਵਾਈਲ ਗੋਇੰਗ ਅਪ ਹਿਲ। ਇਹ ਚੀਜ਼ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ। ਜਦੋਂ ਅਸੀਂ ਢਲਾਨ ਚੜ੍ਹਦੇ ਪਏ ਹਾਂ ਉਦੋਂ ਪੁਸ਼ਿੰਗ ਇਫੈਕਟ ਜਿਹੜਾ ਹੈ ਉਹ ਵਹੀਕਲ ਨੂੰ ਜ਼ਿਆਦਾ ਸਟੇਬਿਲਿਟੀ ਦਿੰਦਾ ਜਦੋਂ ਆਪਾਂ ਢਲਾਨ ਚੜ੍ਹਦੇ ਹਾਂ। ਠੀਕ ਹੈ, ਜਦੋਂ ਕੋਈ ਵੀ ਢਲਾਨ ਆਪਾਂ ਚੜ੍ਹਾਂਗੇ ਸਾਨੂੰ ਜੇ ਕੋਈ ਪਿੱਛੋਂ ਪੁਸ਼ ਕਰੇਗਾ ਤਾਂ ਸਾਨੂੰ ਜ਼ਿਆਦਾ ਵਹੀਕਲ ਨੂੰ ਜ਼ਿਆਦਾ ਸਟੇਬਿਲਿਟੀ ਮਿਲੇਗੀ। ਜੇ ਕੋਈ ਪੁੱਲ ਕਰੇਗਾ ਤਾਂ ਵਹੀਕਲ ਨੂੰ ਸਟੇਬਿਲਿਟੀ ਜਿਹੜੀ ਹੈ ਉਹ ਘੱਟ ਮਿਲੇਗੀ। ਇਸ ਕਰਕੇ ਆਪਾਂ ਕੀ ਕਹਾਂਗੇ ਵੀ ਇਹ ਵੀ ਇੱਕ ਐਡਵਾਂਟੇਜ ਹੋ ਗਿਆ ਰੀਅਰ ਵੀਲ ਡਰਾਈਵ ਦਾ। ਕੀ ਐਡਵਾਂਟੇਜ ਹੋ ਗਿਆ? ਜਿਹੜਾ ਪੁਸ਼ਿੰਗ ਇਫੈਕਟ ਹੈ, ਮਤਲਬ ਕੀ ਹੁੰਦਾ ਰੀਅਰ ਵੀਲ ਡਰਾਈਵ ਦੇ ਵਿੱਚ ਨਾ ਇੰਜਨ ਕੀ ਕਰਦਾ, ਵਹੀਕਲ ਨੂੰ ਪੁਸ਼ ਕਰਦਾ, ਪੁੱਲ ਨਹੀਂ ਕਰਦਾ। ਫਰੰਟ ਵੀਲ ਡਰਾਈਵ ਦੇ ਵਿੱਚ ਇੰਜਨ ਨੂੰ ਪੁੱਲ ਕੀਤਾ ਜਾਂਦਾ, ਪੁਸ਼ ਨਹੀਂ ਕੀਤਾ ਜਾਂਦਾ। ਜਿਹੜਾ ਪੁਸ਼ਿੰਗ ਇਫੈਕਟ ਹੈ ਉਹ ਕੀ ਕਰਦਾ, ਜਦੋਂ ਕੋਈ ਢਲਾਨ ਚੜ੍ਹਦੇ ਹਾਂ, ਅਪ ਹਿਲ ਜਾਂਦੇ ਹਾਂ ਅਤੇ ਵਹੀਕਲ ਨੂੰ ਸਟੇਬਿਲਿਟੀ ਪ੍ਰੋਵਾਈਡ ਕਰਦਾ। ਇਹ ਵੀ ਇੱਕ ਐਡਵਾਂਟੇਜ ਹੋ ਗਿਆ, ਸੈਕਿੰਡ ਐਡਵਾਂਟੇਜ। ਇੱਦਾਂ ਹੀ ਥਰਡ ਐਡਵਾਂਟੇਜ ਦੀ ਗੱਲ ਕਰਦੇ ਹਾਂ। ਥਰਡ ਐਡਵਾਂਟੇਜ ਉਹ ਕੀ ਕਹਿੰਦੇ ਨੇ, ਐਜ਼ ਦੀ ਵੇਟ ਇਜ਼ ਡਿਵਾਈਡਿਡ ਐਟ ਰੀਅਰ ਐਂਡ ਦੀ ਸਟੀਅਰਿੰਗ ਆਫ ਦੀ ਵਹੀਕਲ ਬਿਕਮਸ ਈਜ਼ੀ। ਅੱਗੇ ਆਪਾਂ ਗੱਲ ਕੀ ਕੀਤੀ ਸੀਗੀ ਫਰੰਟ ਵੀਲ ਡਰਾਈਵ ਦੇ ਵਿੱਚ ਵੀ ਫਰੰਟ ਸਾਈਡ 'ਤੇ ਭਾਰ ਬਹੁਤ ਜ਼ਿਆਦਾ ਪੈ ਗਿਆ। ਇੰਜਨ ਦਾ ਭਾਰ ਆ ਗਿਆ, ਪ੍ਰੋਪੈਲਰ ਦਾ ਕਲੱਚ ਦਾ ਭਾਰ ਆ ਗਿਆ, ਗੇਅਰ ਬਾਕਸ ਦਾ ਭਾਰ ਆ ਗਿਆ, ਫਰੰਟ ਐਕਸਲ ਦਾ ਭਾਰ ਆ ਗਿਆ। ਬਟ ਹੁਣ ਕੀ ਹੋਇਆ, ਇੰਜਨ ਦਾ ਭਾਰ ਜਿਹੜਾ ਸੀਗਾ ਉਹ ਤਾਂ ਸੈਂਟਰ 'ਚ ਆ ਗਿਆ, ਪ੍ਰੋਪੈਲਰ ਪਿੱਛੇ ਲੱਗ ਗਈ, ਗੇਅਰ ਬਾਕਸ ਵੀ ਪਿੱਛੇ ਲੱਗ ਗਿਆ, ਕਲੱਚ ਵੀ ਪਿੱਛੇ ਲੱਗ ਗਿਆ, ਪਾਵਰ ਜਿਹੜੀ ਹੈ ਉਹ ਰੀਅਰ ਐਕਸਲ ਨੂੰ ਜਾਣ ਲੱਗ ਪਈ। ਮਤਲਬ ਫਰੰਟ ਵਾਲਾ ਜਿਹੜਾ ਪਾਰਟ ਸੀਗਾ ਉਹ ਹਲਕਾ ਹੋ ਗਿਆ, ਲਾਈਟ ਹੋ ਗਿਆ। ਜਦੋਂ ਫਰੰਟ ਵਾਲਾ ਪਾਰਟ ਲਾਈਟ ਹੋ ਗਿਆ ਉਹਦੇ ਨਾਲ ਕੀ ਹੋ ਗਿਆ, ਸਟੀਅਰਿੰਗ ਜਿਹੜੀ ਕਰਨੀ ਸੀਗੀ ਉਹ ਈਜ਼ੀ ਹੋ ਗਈ। ਮਤਲਬ ਆਰਾਮ ਦੇ ਨਾਲ ਵਹੀਕਲ ਨੂੰ ਸਟੀਅਰ ਕੀਤਾ ਜਾ ਸਕਦਾ ਸੀ ਜੇ ਅਸੀਂ ਰੀਅਰ ਵੀਲ ਡਰਾਈਵ ਯੂਜ਼ ਕਰਦੇ। ਸੋ ਰੀਅਰ ਵੀਲ ਡਰਾਈਵ ਯੂਜ਼ ਕਰਨ ਦੇ ਤਿੰਨ ਐਡਵਾਂਟੇਜ ਉਹਨਾਂ ਨੇ ਦੱਸੇ ਨੇ। ਪਹਿਲਾ ਤਾਂ ਸਟੀਅਰਿੰਗ ਸਿਸਟਮ ਜਿਹੜਾ ਉਹ ਸਿੰਪਲ ਹੋਏਗਾ, ਠੀਕ ਹੈ, ਜ਼ਿਆਦਾ ਕੰਪਲੈਕਸ ਨਹੀਂ ਹੋਏਗਾ। ਦੂਜਾ ਜਿਹੜਾ ਪੁਸ਼ਿੰਗ ਇਫੈਕਟ ਹੈ ਉਹਦੇ ਨਾਲ ਕੀ ਹੋਏਗਾ, ਵਹੀਕਲ ਜਿਹੜਾ ਜ਼ਿਆਦਾ ਸਟੇਬਲ ਰਹੇਗਾ। ਤੀਜਾ ਕੀ ਆ ਗਿਆ, ਵੇਟ ਜਿਹੜਾ ਉਹ ਫਰੰਟ ਸਾਈਡ 'ਤੇ ਜ਼ਿਆਦਾ ਨਹੀਂ ਹੋਏਗਾ, ਡਿਵਾਈਡ ਹੋ ਜਾਏਗਾ। ਅੱਧਾ ਫਰੰਟ ਸਾਈਡ 'ਤੇ ਆ ਜਾਊਗਾ, ਅੱਧਾ ਰੀਅਰ ਸਾਈਡ 'ਤੇ ਆ ਜਾਊਗਾ। ਜਦੋਂ ਫਰੰਟ ਅਤੇ ਰੀਅਰ ਦੇ ਵਿੱਚ ਵੇਟ ਜਿਹੜਾ ਡਿਵਾਈਡ ਹੋ ਗਿਆ ਉਹਦੇ ਨਾਲ ਕੀ ਹੋਇਆ, ਵਹੀਕਲ ਜਿਹੜਾ ਉਹਦੀ ਜਿਹੜੀ ਸਟੀਅਰਿੰਗ ਹੈ ਨਾ ਉਹ ਈਜ਼ੀ ਹੋ ਗਈ। ਮਤਲਬ ਸਟੀਅਰਿੰਗ ਸਿਸਟਮ ਉਹਦਾ ਜਿਹੜਾ ਸੀਗਾ ਉਹ ਈਜ਼ੀ ਹੋ ਗਿਆ। ਸੋ ਨੈਕਸਟ ਆ ਗਿਆ ਜੀ ਡਿਸਐਡਵਾਂਟੇਜਿਸ ਆਫ ਰੀਅਰ ਵੀਲ ਡਰਾਈਵ। ਵੀ ਜੇ ਆਪਾਂ ਰੀਅਰ ਵੀਲ ਡਰਾਈਵ ਯੂਜ਼ ਕਰਦੇ ਪਏ ਹਾਂ ਉਹਦੇ ਡਿਸਐਡਵਾਂਟੇਜ ਵੀ ਹੋਣਗੇ। ਪਹਿਲਾ ਡਿਸਐਡਵਾਂਟੇਜ ਜੀ, ਐਜ਼ ਦੀ ਪ੍ਰੋਪੈਲਰ ਸ਼ਾਫਟ ਐਂਡ ਯੂਨੀਵਰਸਲ ਜੁਆਇੰਟਸ ਆਰ ਯੂਜ਼ਡ ਦੀ ਵਹੀਕਲ ਬਿਕਮਸ ਹੈਵੀ ਐਂਡ ਕੋਸਟਲੀ। ਫਰੰਟ ਵੀਲ ਡਰਾਈਵ ਦੇ ਵਿੱਚ ਅਸੀਂ ਪ੍ਰੋਪੈਲਰ ਸ਼ਾਫਟ ਯੂਜ਼ ਨਹੀਂ ਸੀ ਕੀਤੀ, ਯੂਨੀਵਰਸਲ ਜੁਆਇੰਟ ਯੂਜ਼ ਨਹੀਂ ਸੀ ਕੀਤੇ, ਉਹ ਉਹਦਾ ਐਡਵਾਂਟੇਜ ਬਣ ਗਿਆ। ਇੱਧਰ ਆ ਕੇ ਇਹਦਾ ਡਿਸਐਡਵਾਂਟੇਜ ਬਣ ਗਿਆ ਰੀਅਰ ਵੀਲ ਡਰਾਈਵ ਦਾ। ਵੀ ਜੇ ਆਪਾਂ ਪ੍ਰੋਪੈਲਰ ਸ਼ਾਫਟ ਯੂਜ਼ ਕਰਾਂਗੇ, ਯੂਨੀਵਰਸਲ ਜੁਆਇੰਟ ਯੂਜ਼ ਕਰਾਂਗੇ, ਉਹਦੇ ਨਾਲ ਕੀ ਹੋਏਗਾ, ਵਹੀਕਲ ਜਿਹੜਾ ਸਾਡਾ ਹੈਵੀ ਹੋ ਜਾਏਗਾ, ਭਾਰਾ ਹੋ ਜਾਏਗਾ। ਵਹੀਕਲ ਭਾਰਾ ਹੋਣ ਦੇ ਨਾਲ ਨਾਲ ਕੋਸਟਲੀ ਵੀ ਹੋ ਜਾਏਗਾ, ਮਹਿੰਗਾ ਵੀ ਹੋ ਜਾਏਗਾ। ਮਹਿੰਗਾ ਕਿਉਂ ਹੋ ਜਾਏਗਾ, ਕਿਉਂਕਿ ਆਪਾਂ ਜੇ ਕੋਈ ਚੀਜ਼ ਪ੍ਰੋਪੈਲਰ ਸ਼ਾਫਟ ਅਕਸਰ ਤਾਂ ਪੈਸਿਆਂ ਨਾਲ ਹੀ ਪਰਚੇਜ਼ ਕਰਕੇ ਲਗਾਵਾਂਗੇ, ਠੀਕ ਹੈ, ਹੋਏਗੀ ਵੀ ਭਾਰੀ ਉਹਦੇ ਨਾਲ ਕੀ ਹੋਣਾ, ਵਹੀਕਲ ਦਾ ਵੇਟ ਵੀ ਵੱਧ ਜਾਣਾ ਅਤੇ ਵਹੀਕਲ ਦੀ ਕੀਮਤ ਵੀ ਵੱਧ ਜਾਣੀ ਹੈ, ਠੀਕ ਹੈ। ਸੈਕਿੰਡ, ਡਿਊ ਟੂ ਅਬਵ ਅਰੇਂਜਮੈਂਟ ਦੀ ਐਫੀਸ਼ੀਐਂਸੀ ਆਫ ਦੀ ਵਹੀਕਲ ਇਜ਼ ਡਿਕਰੀਜ਼ ਸਲਾਈਟਲੀ। ਇੰਜਨ ਅੱਗੇ ਪਿਆ, ਪਾਵਰ ਅਸੀਂ ਪਿੱਛੇ ਦਿੰਦੇ ਪਏ ਹਾਂ, ਠੀਕ ਹੈ। ਇੰਜਨ ਤੋਂ ਪਾਵਰ ਚੱਕ ਕੇ ਅਸੀਂ ਜਦੋਂ ਪਿੱਛੇ ਲੈ ਕੇ ਜਾਣੀ ਹੈ ਅਤੇ ਉਹਦੇ ਨਾਲ ਜਿਹੜੀ ਇੰਜਨ ਦੀ ਐਫੀਸ਼ੀਐਂਸੀ ਨਾ ਉਹ ਵੀ ਥੋੜ੍ਹੀ ਜਿਹੀ ਘੱਟ ਜਾਣੀ ਹੈ, ਠੀਕ ਹੈ। ਜਦੋਂ ਅਸੀਂ ਪਾਵਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਹਾਂ ਨਾ ਅਤੇ ਹਮੇਸ਼ਾ ਐਫੀਸ਼ੀਐਂਸੀ ਜਿਹੜੀ ਹੈ ਉਹ ਘਟਦੀ ਹੀ ਘਟਦੀ ਹੈ, ਚਾਹੇ ਥੋੜ੍ਹੀ ਜਿਹੀ ਘਟੇ ਬਟ ਘਟੇਗੀ। ਪ੍ਰੋਪੈਲਰ ਸ਼ਾਫਟ ਯੂਜ਼ ਕਰਨ ਦਾ ਇੱਕ ਨੁਕਸਾਨ ਹੋਰ ਹੋ ਗਿਆ ਵੀ ਜਿਹੜੀ ਇੰਜਨ ਸੀਗਾ ਉਹ ਅੱਗੇ ਪਿਆ ਸੀਗਾ, ਪਾਵਰ ਅਸੀਂ ਪਿੱਛੇ ਭੇਜਦੇ ਪਏ ਸੀਗੇ, ਉਹਦੇ ਨਾਲ ਵੀ ਥੋੜ੍ਹੀ ਐਫੀਸ਼ੀਐਂਸੀ ਜਿਹੜੀ ਸੀਗੀ ਉਹ ਘੱਟ ਗਈ। ਥਰਡ ਕੀ ਕਹਿੰਦੇ ਨੇ, ਹਾਈਟ ਆਫ ਦੀ ਚੈਸੀ ਫਰੇਮ ਇਜ਼ ਮੋਰ ਵਿਚ ਇਫੈਕਟ ਵਹੀਕਲ ਸਟੇਬਿਲਿਟੀ। ਹੁਣ ਆਪਾਂ ਫਰੰਟ ਵੀਲ ਡਰਾਈਵ ਦੇ ਐਡਵਾਂਟੇਜ 'ਚ ਪੜ੍ਹਿਆ ਸੀਗਾ ਵੀ ਆਪਾਂ ਚੈਸੀ ਦੀ ਹਾਈਟ ਨੂੰ ਜਿੰਨਾ ਮਰਜ਼ੀ ਲੋਅ ਕਰ ਦਈਏ। ਹੁਣ ਰੀਅਰ ਵੀਲ ਡਰਾਈਵ ਦੀ ਡਿਸਐਡਵਾਂਟੇਜ ਬਣ ਗਈ ਹੈ ਵੀ ਜਿਹੜੀ ਹਾਈਟ ਹੈ ਨਾ ਚੈਸੀ ਦੀ, ਉਹਨੂੰ ਅਸੀਂ ਜ਼ਿਆਦਾ ਰੱਖਣਾ ਪਏਗਾ, ਉਹਨੂੰ ਅਸੀਂ ਡਾਊਨ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਪ੍ਰੋਪੈਲਰ ਸ਼ਾਫਟ ਲੱਗੀ ਹੈ। ਪ੍ਰੋਪੈਲਰ ਸ਼ਾਫਟ ਨੂੰ ਆਪਾਂ ਸੜਕ 'ਤੇ ਨਹੀਂ ਮਾਰਨਾ, ਪ੍ਰੋਪੈਲਰ ਸ਼ਾਫਟ ਨੂੰ ਅਸੀਂ ਵਹੀਕਲ ਤੋਂ ਉੱਤੇ ਚੱਕ ਕੇ ਰੱਖਣਾ ਹੈ। ਇਸ ਕਰਕੇ ਆਪਾਂ ਚੈਸੀ ਦੀ ਹਾਈਟ ਨੂੰ
ਉੱਚਾ ਰੱਖਣਾ ਪਏਗਾ, ਗੱਡੀ ਸਾਡੀ ਥੋੜ੍ਹੀ ਉੱਚੀ ਹੋਏਗੀ, ਉੱਚੀ ਹੋਣ ਦੇ ਨਾਲ ਸੈਂਟਰ ਆਫ ਗ੍ਰੈਵਿਟੀ ਉੱਪਰ ਜਾਊਗੀ, ਜਿੱਦਾਂ ਹੀ ਸੈਂਟਰ ਆਫ ਗ੍ਰੈਵਿਟੀ ਉੱਪਰ ਜਾਏਗੀ ਉੱਦਾਂ ਹੀ ਵਹੀਕਲ ਦੀ ਜਿਹੜੀ ਸਟੇਬਿਲਿਟੀ ਹੈ ਉਹ ਘਟੇਗੀ, ਵਹੀਕਲ ਸਾਡਾ ਸਟੇਬਲ ਨਹੀਂ ਰਹੇਗਾ, ਸਟੇਬਿਲਿਟੀ ਥੋੜ੍ਹੀ ਘਟ ਜਾਏਗੀ। ਇਹ ਹੋ ਗਿਆ ਡਿਸਐਡਵਾਂਟੇਜ। 3 ਡਿਸਐਡਵਾਂਟੇਜ ਪੜ੍ਹੇ। ਪ੍ਰੋਪੈਲਰ ਸ਼ਾਫਟ ਲੱਗਣ ਦੇ ਨਾਲ ਵਹੀਕਲ ਹੈਵੀ ਅਤੇ ਕੋਸਟਲੀ ਹੋ ਗਿਆ, ਠੀਕ ਹੈ। ਵਹੀਕਲ ਦੀ ਐਫੀਸ਼ੀਐਂਸੀ ਵੀ ਘੱਟ ਗਈ ਪ੍ਰੋਪੈਲਰ ਸ਼ਾਫਟ ਲੱਗਣ ਦੇ ਕਾਰਨ। ਅਤੇ ਨਾਲ ਤੀਜਾ ਡਿਸਐਡਵਾਂਟੇਜ ਕੀ ਹੋ ਗਿਆ, ਹਾਈਟ ਜਿਹੜੀ ਸੀਗੀ ਚੈਸੀ ਦੀ ਉਹ ਵੱਧ ਗਈ। ਜਦੋਂ ਚੈਸੀ ਦੀ ਹਾਈਟ ਵੱਧ ਗਈ ਉਹਦੇ ਨਾਲ ਕੀ ਹੋਇਆ, ਵਹੀਕਲ ਜਿਹੜਾ ਸੀਗਾ ਸਾਡਾ ਸਟੇਬਲ ਨਹੀਂ ਰਿਹਾ। ਨੈਕਸਟ ਆ ਗਿਆ ਜੀ 4 ਵੀਲ ਡਰਾਈਵ। 4 ਵੀਲ ਡਰਾਈਵ ਦੇ ਵਿੱਚੋਂ ਕੀ ਕਹਿੰਦੇ ਨੇ, ਇਨ ਦਿਸ ਸਿਸਟਮ ਪਾਵਰ ਆਫ ਦੀ ਇੰਜਨ ਇਜ਼ ਟਰਾਂਸਮਿਟਡ ਟੂ ਆਲ ਦੀ 4 ਵੀਲਸ, ਦੈਟ ਇਜ਼ ਫਰੰਟ ਵੀਲਸ ਐਂਡ ਰੀਅਰ ਵੀਲਸ ਆਫ ਦੀ ਵਹੀਕਲ। ਬਈ ਜਿਹੜੀ ਇੰਜਨ ਨੇ ਪਾਵਰ ਪੈਦਾ ਕੀਤੀ ਨਾ, ਅੱਗੇ ਆਪਾਂ ਕੀ ਪੜ੍ਹਿਆ ਸੀਗਾ, ਜਾਂ ਤਾਂ ਪਾਵਰ ਅਸੀਂ ਫਰੰਟ ਨੂੰ ਭੇਜਦੇ ਪਏ ਹਾਂ ਜਾਂ ਅਸੀਂ ਪਾਵਰ ਰੀਅਰ ਨੂੰ ਭੇਜਦੇ ਪਏ ਹਾਂ, ਅੱਗੇ ਅਸੀਂ ਇਹ ਸਟੱਡੀ ਕੀਤਾ ਸੀਗਾ। ਬਟ ਹੁਣ ਇਹ ਕੀ ਕਹਿੰਦੇ ਨੇ ਵੀ ਜਿਹੜੀ ਇੰਜਨ ਨੇ ਪਾਵਰ ਪੈਦਾ ਕਰਤੀ ਉਹ ਪਾਵਰ ਫਰੰਟ ਸਾਈਡ 'ਤੇ ਵੀ ਜਾਊਗੀ ਅਤੇ ਰੀਅਰ ਸਾਈਡ 'ਤੇ ਵੀ ਜਾਊਗੀ, ਦੋਨੋਂ ਸਾਈਡ 'ਤੇ ਜਾਊਗੀ। ਮਤਲਬ 4 ਵੀਲ ਨੇ, ਚਾਰੋਂ ਵੀਲਸ ਨੂੰ ਅਸੀਂ ਪਾਵਰ ਦੇਵਾਂਗੇ, ਫਰੰਟ ਵੀਲਸ ਨੂੰ ਵੀ ਅਤੇ ਰੀਅਰ ਵੀਲਸ ਨੂੰ ਵੀ ਪਾਵਰ ਦੇਵਾਂਗੇ। ਡਿਫਰੈਂਸ਼ੀਅਲਸ ਆਰ ਯੂਜ਼ਡ ਐਟ ਦੀ ਬੋਥ ਰੀਅਰ ਐਂਡ ਫਰੰਟ ਐਕਸਲ। ਜਿਹੜੇ ਡਿਫਰੈਂਸ਼ੀਅਲ ਨੇ ਉਹ ਫਰੰਟ ਐਕਸਲ 'ਤੇ ਵੀ ਯੂਜ਼ ਹੋਣਗੇ ਅਤੇ ਰੀਅਰ ਐਕਸਲ 'ਤੇ ਵੀ ਯੂਜ਼ ਹੋਣਗੇ। ਡਿਫਰੈਂਸ਼ੀਅਲ ਇੱਕ ਇੱਦਾਂ ਦਾ ਮਕੈਨਿਜ਼ਮ ਹੈ ਜਿਹੜਾ ਪਾਵਰ ਨੂੰ ਇਕੁਅਲੀ ਡਿਸਟਰੀਬਿਊਟ ਕਰਦਾ ਹੈ ਦੋਨੋਂ ਵੀਲਸ ਵਾਲੀ ਸਾਈਡ 'ਤੇ। ਸੋ ਡਿਫਰੈਂਸ਼ੀਅਲ ਅੱਗੇ ਆਪਾਂ ਸਿਰਫ ਰੀਅਰ 'ਤੇ ਯੂਜ਼ ਕਰਦੇ ਸੀਗੇ, ਜੇ ਗੱਡੀ 4x4 ਹੋਏਗੀ ਅਤੇ ਉਹਦੇ ਅਸੀਂ ਰੀਅਰ 'ਤੇ ਵੀ ਡਿਫਰੈਂਸ਼ੀਅਲ ਯੂਜ਼ ਕਰਾਂਗੇ ਅਤੇ ਫਰੰਟ 'ਤੇ ਵੀ ਡਿਫਰੈਂਸ਼ੀਅਲ ਜਿਹੜਾ ਹੈ ਉਹ ਯੂਜ਼ ਕਰਾਂਗੇ। ਐਨ ਆਕਸੀਲਰੀ ਗੇਅਰ ਬਾਕਸ ਇਜ਼ ਆਲਸੋ ਯੂਜ਼ਡ। ਇੱਕ ਐਕਸਟਰਾ ਗੇਅਰ ਬਾਕਸ ਜਿਹੜਾ ਹੈ ਉਹ ਹੋਰ ਯੂਜ਼ ਕੀਤਾ ਜਾਊਗਾ। ਆਮ ਗੇਅਰ ਬਾਕਸ 'ਤੇ ਆਪਾਂ ਗੱਡੀ 'ਚ ਇੱਕ ਯੂਜ਼ ਕਰਦੇ ਹੀ ਕਰਦੇ ਹਾਂ, ਬਟ ਜਿਹੜੀ ਗੱਡੀ 4x4 ਹੋਏਗੀ ਉਹਦੇ 'ਚ ਇੱਕ ਐਕਸਟਰਾ ਗੇਅਰ ਬਾਕਸ ਯੂਜ਼ ਕੀਤਾ ਜਾਊਗਾ। ਦਿਸ ਅਰੇਂਜਮੈਂਟ ਇਜ਼ ਯੂਜ਼ਡ ਇਨ ਦੀ ਵਹੀਕਲਸ ਵਿਚ ਆਰ ਯੂਜ਼ਡ ਔਨ ਰਫ ਐਂਡ ਡਸਟੀ ਗਰਾਊਂਡਸ। ਇਹ ਅਰੇਂਜਮੈਂਟ 4x4 ਦਾ ਅਰੇਂਜਮੈਂਟ ਉਹਨਾਂ ਗੱਡੀਆਂ 'ਤੇ ਯੂਜ਼ ਕੀਤਾ ਜਾਂਦਾ ਹੈ ਜਿਨ੍ਹਾਂ ਗੱਡੀਆਂ ਨੇ ਰਫ ਸਰਵਿਸ 'ਤੇ ਚੱਲਣਾ ਹੁੰਦਾ ਹੈ ਜਾਂ ਡਸਟੀ ਗਰਾਊਂਡ 'ਤੇ ਚੱਲਣਾ ਹੁੰਦਾ। ਜਿਵੇਂ ਰਾਜਸਥਾਨ ਦੀ ਆਪਾਂ ਗੱਲ ਕਰਦੇ ਹਾਂ, ਰੇਗਿਸਤਾਨ ਦੇ ਵਿੱਚ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਉਹ 4x4 ਨੇ, ਜਾਂ ਕੋਈ ਰਫ ਸਰਫੇਸ ਹੈ, ਕੋਈ ਕਿਤੇ ਖਦਾਨ ਹੈ, ਕੋਈ ਮਲਬਾ ਦੱਬਿਆ ਕਿਤੇ, ਉੱਥੇ ਕਿਸੇ ਚੀਜ਼ ਨੇ ਚੱਲਣਾ ਹੈ ਅਤੇ ਉਹਦੇ ਲਈ ਸਾਨੂੰ 4x4 ਗੱਡੀ ਹੀ ਯੂਜ਼ ਕਰਨੀ ਪਏਗੀ। ਵੈਨ ਵਨ ਐਂਡ ਆਫ ਦੀ ਵੀਲਸ ਇਜ਼ ਲੋਕਡ ਇਨ ਟੂ ਡਿਚ ਔਰ ਸਕਿਡ ਔਨ ਦੀ ਡਸਟ then the other end of the driving wheels help the vehicle to drive out। ਕਹਿੰਦੇ 4x4 ਗੱਡੀਆਂ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਮਿੱਟੀ ਲਾ ਲਓ, ਰੇਗਿਸਤਾਨ ਹੈ, ਜਿਵੇਂ ਰੇਤਾ ਹੀ ਰੇਤਾ ਹੈ, ਉੱਥੇ ਕਿਉਂ 4x4 ਯੂਜ਼ ਕਰਦੇ ਹਾਂ। ਜੇ ਮੰਨ ਲਓ ਇੱਕ ਸਾਈਡ ਦੇ ਜਿਹੜੇ 2 ਵੀਲਸ ਨੇ, ਜੇ ਉਹ ਟੋਏ ਦੇ ਵਿੱਚ, ਕਿਸੇ ਗਲਿਚ ਦੇ ਵਿੱਚ, ਕਿਸੇ ਖੱਡੇ ਦੇ ਵਿੱਚ ਫਸ ਵੀ ਗਏ, ਕਿਤੇ ਰੇਤ ਦੇ ਵਿੱਚ ਫਸ ਵੀ ਗਏ, ਜਿਹੜੇ ਦੂਜੇ ਸਾਈਡ ਦੇ ਵੀਲ ਨੇ ਨਾ 2, ਉਹ ਕੀ ਕਰਦੇ ਨੇ ਫਿਰ, ਉਹ ਆਪਣੀ ਪਾਵਰ ਦੇ ਨਾਲ ਵਹੀਕਲ ਨੂੰ ਬਾਹਰ ਕੱਢ ਦਿੰਦੇ ਨੇ। ਤੁਸੀਂ ਦੇਖਿਆ ਹੋਏਗਾ ਕਈ ਵਾਰ ਆਪਣੀ ਕਾਰਾਂ ਜਿਹੜੀਆਂ ਨੇ, ਉਹ ਕਾਰਾਂ ਵਗੈਰਾ ਜਦੋਂ ਕਿਸੇ ਟੋਏ 'ਚ ਫਸ ਜਾਂਦੀਆਂ ਨੇ ਨਾ, ਅਤੇ ਉਹ ਫਿਰ ਉੱਥੇ ਹੀ ਵੀਲ ਘੁੰਮਣਾ ਸ਼ੁਰੂ ਕਰ ਦਿੰਦਾ, ਸਕਿੱਡ ਕਰਨਾ ਸ਼ੁਰੂ ਕਰ ਦਿੰਦਾ, ਵਹੀਕਲ ਅੱਗੇ ਮੂਵ ਨਹੀਂ ਕਰ ਪਾਉਂਦਾ। ਜਦੋਂ ਇੱਦਾਂ ਦੀ ਕੰਡੀਸ਼ਨ ਪੈਦਾ ਹੁੰਦੀ ਨਾ, ਉਦੋਂ ਫਿਰ 4x4 ਗੱਡੀ ਕੰਮ ਆਉਂਦੀ ਹੈ। ਵੀ ਜਿਹੜੇ ਬਾਕੀ ਵੀਲਸ ਨੇ ਉਹਨਾਂ ਨੂੰ ਪਾਵਰ ਦੇਣੀ ਚਾਹੀਦੀ ਹੈ, ਉਹਨਾਂ ਨੂੰ ਪਾਵਰ ਦੇਣੀ ਪੈਂਦੀ ਹੈ। ਉਹਨਾਂ ਨੂੰ ਅਸੀਂ ਜਦੋਂ ਪਾਵਰ ਪ੍ਰੋਵਾਈਡ ਕਰਦੇ ਹਾਂ, ਉਹਦੀ ਪਾਵਰ ਪ੍ਰੋਵਾਈਡ ਕਰਕੇ ਅਸੀਂ ਵਹੀਕਲ ਨੂੰ ਇਸ ਡਰਾਈਵ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ, ਇਸ ਡਿੱਚ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ। ਸੋ 4x4 ਦੇ ਵਿੱਚ ਅਸੀਂ ਕੀ ਪੜ੍ਹਿਆ, ਉਹ ਸਿਸਟਮ ਜਿਹਦੇ ਵਿੱਚ ਇੰਜਨ ਦੀ ਪਾਵਰ ਚਾਰੋਂ ਵੀਲਸ ਨੂੰ ਦਿੱਤੀ ਜਾਊਗੀ, ਫਰੰਟ ਵੀਲਸ ਨੂੰ ਵੀ, ਰੀਅਰ ਵੀਲਸ ਨੂੰ ਵੀ। ਡਿਫਰੈਂਸ਼ੀਅਲ ਅੱਗੇ ਵੀ ਯੂਜ਼ ਕੀਤਾ ਜਾਏਗਾ, ਡਿਫਰੈਂਸ਼ੀਅਲ ਪਿੱਛੇ ਵੀ ਯੂਜ਼ ਕੀਤਾ ਜਾਏਗਾ, ਇੱਕ ਐਕਸਟਰਾ ਗੇਅਰ ਬਾਕਸ ਵੀ ਯੂਜ਼ ਕੀਤਾ ਜਾਊਗਾ। ਇਹ ਅਰੇਂਜਮੈਂਟ ਅਸੀਂ ਉਹਨਾਂ ਗੱਡੀਆਂ 'ਚ ਯੂਜ਼ ਕਰਾਂਗੇ ਜਿਨ੍ਹਾਂ ਰਫ ਅਤੇ ਡਸਟੀ ਗਰਾਊਂਡ 'ਤੇ ਚੱਲਣਾ ਹੈ, ਕਿਉਂਕਿ ਡਸਟੀ ਗਰਾਊਂਡ ਦੇ ਵਿੱਚ ਜਾਂ ਰਫ ਗਰਾਊਂਡ ਦੇ ਵਿੱਚ ਜੇ ਇੱਕ ਟਾਇਰ ਫਸ ਵੀ ਗਿਆ ਕਿਸੇ ਪ੍ਰੋਬਲਮ ਦੇ ਵਿੱਚ, ਅਤੇ ਦੂਜੇ ਟਾਇਰ ਦੀ ਹੈਲਪ ਦੇ ਨਾਲ ਉਹਨੂੰ ਅਸੀਂ ਬਾਹਰ ਕੱਢ ਸਕਦੇ ਹਾਂ। ਤੁਸੀਂ ਡਾਇਗਰਾਮ ਦੇਖ ਸਕਦੇ ਹੋ 4x4 ਵਹੀਕਲ ਦਾ। ਫਰੰਟ ਸਾਈਡ ਵੀ ਉਹਨਾਂ ਨੇ ਸ਼ੋਅ ਕੀਤੀ ਹੈ, ਇਹ ਫਰੰਟ ਸਾਈਡ ਹੈ, ਇਹ ਰੀਅਰ ਸਾਈਡ ਹੈ। ਇੰਜਨ ਜਿਹੜਾ ਉਹ ਫਰੰਟ ਸਾਈਡ 'ਤੇ ਵੇ, ਇਹ ਦੇਖੋ ਇੰਜਨ ਇਹ ਪਿਆ, ਇੰਜਨ ਨੇ ਪਾਵਰ ਪੈਦਾ ਕੀਤੀ, ਪਾਵਰ ਗਈ ਬੈਕ ਸਾਈਡ ਨੂੰ। ਇੱਥੇ ਆ ਕੇ ਪਾਵਰ ਜਿਹੜੀ ਸੀਗੀ ਨਾ ਉਹ ਡਿਵਾਈਡ ਹੋ ਗਈ। ਡਿਵਾਈਡ ਕਿਹਦੇ 'ਚ ਹੋ ਗਈ, 2 ਪਾਰਟਸ ਦੇ ਵਿੱਚ, ਇੱਕ ਪਾਰਟ ਪਿੱਛੇ ਚਲਾ ਗਿਆ, ਇੱਕ ਪਾਰਟ ਅੱਗੇ ਚਲਾ ਗਿਆ। ਠੀਕ ਹੈ। ਅਸੀਂ ਜਿਹੜੀ ਐਕਸਟਰਾ ਗੇਅਰ ਬਾਕਸ ਦੀ ਗੱਲ ਕੀਤੀ ਹੈ, ਉਹ ਐਕਸਟਰਾ ਗੇਅਰ ਬਾਕਸ ਇਹੀ ਹੈ। ਇੱਥੇ ਹੀ ਇੱਕ ਐਕਸਟਰਾ ਗੇਅਰ ਬਾਕਸ ਲੱਗਾ ਹੈ, ਉਸ ਐਕਸਟਰਾ ਗੇਅਰ ਬਾਕਸ ਨੇ ਕੀ ਕੀਤਾ, ਪਾਵਰ ਨੂੰ 2 ਪਾਰਟ 'ਚ ਡਿਵਾਈਡ ਕਰਤਾ। ਇੱਕ ਪਿੱਛੇ ਨੂੰ ਚਲੀ ਗਈ, ਇੱਕ ਅੱਗੇ ਨੂੰ ਚਲੀ ਗਈ। ਜਿਹੜੀ ਪਿੱਛੇ ਨੂੰ ਪਾਵਰ ਗਈ ਉਹ ਪਿੱਛੇ ਵਾਲੇ ਡਿਫਰੈਂਸ਼ੀਅਲ ਵੱਲ ਗਈ, ਜਿਹੜੀ ਅੱਗੇ ਨੂੰ ਪਾਵਰ ਗਈ ਉਹ ਅੱਗੇ ਵਾਲੇ ਡਿਫਰੈਂਸ਼ੀਅਲ ਵੱਲ ਗਈ। ਸੋ ਇਹਨੂੰ ਅਸੀਂ ਕਹਿੰਦੇ ਹਾਂ 4x4।
ठीक है जी। यह ड्राइव है 4x4, मतलब ਜਿਹੜੇ ਚਾਰੋਂ ਵੀਲਸ ਨੇ, ਚਾਰੋਂ ਵੀਲਸ ਨੂੰ ਜਿਹੜੀ ਇਹ ਪਾਵਰ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਥਰੂ ਵਿਦ ਦੀ ਹੈਲਪ ਆਫ 2 ਡਿਫਰੈਂਸ਼ੀਅਲਸ। ਇੱਕ ਡਿਫਰੈਂਸ਼ੀਅਲ ਇਹ ਰਿਹਾ, ਦੂਸਰਾ ਡਿਫਰੈਂਸ਼ੀਅਲ ਇਹ ਰਿਹਾ ਜੀ ਅੱਗੇ। ਠੀਕ ਹੈ ਜੀ, ਇੰਜਨ ਇੱਕ ਹੀ ਹੈ। ਹੁਣ ਇਹਦੀਆਂ ਐਡਵਾਂਟੇਜਸ ਕੀ ਨੇ, ਇਹਦੀਆਂ ਵੀ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਹੋਣਗੀਆਂ। ਪਹਿਲੀ ਐਡਵਾਂਟੇਜ ਕੀ ਹੋਗੀ, ਇਟ ਇਜ਼ ਵੈਰੀ ਯੂਜ਼ਫੁਲ ਔਨ ਰਫ ਸਰਫੇਸ ਐਂਡ ਡੈਜ਼ਰਟਸ। ਜਿਹੜੇ ਡੈਜ਼ਰਟਸ ਨੇ, ਜਿਹੜੇ ਰੇਗਿਸਤਾਨ ਨੇ, ਜਾਂ ਜਿਹੜੀ ਰਫ ਸਰਫੇਸ ਹੈ, ਆਪਾਂ ਆਫ ਰੋਡਿੰਗ ਕਰਨਾ ਚਾਹੁੰਦੇ ਹਾਂ, ਆਫ ਰੋਡਿੰਗ ਵਗੈਰਾ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਜ਼ਿਆਦਾ ਯੂਜ਼ਫੁਲ ਨੇ। ਠੀਕ ਹੈ, ਇਟ ਇਜ਼ ਆਲਸੋ ਯੂਜ਼ਫੁਲ ਇਨ ਸਪੋਰਟਸ ਐਂਡ ਮਿਲਟਰੀ ਵਹੀਕਲਸ। ਜਿਹੜੇ ਸਪੋਰਟ ਵਹੀਕਲਸ ਨੇ, ਸਪੋਰਟਸ ਵਹੀਕਲ ਨੇ, ਜਿਵੇਂ ਰੇਸਿੰਗ ਕਾਰਸ ਵਗੈਰਾ ਹੋ ਗਈਆਂ, ਜਾਂ ਜਿਵੇਂ ਮਿਲਟਰੀ ਵਹੀਕਲਸ ਨੇ, ਜਿਹੜੇ ਮਿਲਟਰੀ ਜਿਹੜੇ ਵਹੀਕਲ ਯੂਜ਼ ਕਰਦੇ, ਤੁਸੀਂ ਮਿਲਟਰੀ ਟਰੱਕਸ ਦੇਖੇ ਹੋਣਗੇ, ਉਹ ਵੀ 4x4 ਹੁੰਦੇ ਨੇ। ਤੁਸੀਂ ਮਿਲਟਰੀ ਟਰੱਕ ਨੂੰ ਜੇ ਨੀਚੇ ਤੋਂ ਦੇਖੋਗੇ, ਉਹਦੇ ਅੱਗੇ ਵੀ ਡਿਫਰੈਂਸ਼ੀਅਲ ਹੈ, ਉਹਦੇ ਪਿੱਛੇ ਵੀ ਡਿਫਰੈਂਸ਼ੀਅਲ ਹੈ। ਉਹ ਗੱਡੀ ਜਿਹਦੇ ਅੱਗੇ ਵੀ ਡਿਫਰੈਂਸ਼ੀਅਲ ਹੈ ਅਤੇ ਪਿੱਛੇ ਵੀ ਡਿਫਰੈਂਸ਼ੀਅਲ ਹੈ, ਉਹ ਨਿਸ਼ਾਨੀ ਹੈ 4x4 ਦੀ। ਸੋ ਐਡਵਾਂਟੇਜ ਕੀ ਹੈ, ਜੇ ਰਫ ਸਰਫੇਸ 'ਤੇ ਜਾਂ ਡੈਜ਼ਰਟ 'ਤੇ ਆਪਾਂ ਚਲਾਉਣਾ ਹੈ ਤਾਂ 4x4 ਗੱਡੀ ਚਾਹੀਦੀ ਹੈ, ਉੱਥੇ ਸਹੀ ਤਰ੍ਹਾਂ ਕੰਮ ਕਰੇਗੀ। ਸਪੋਰਟਸ ਅਤੇ ਮਿਲਟਰੀ ਵਹੀਕਲਸ ਜਿਹੜੇ ਨੇ ਉਹ ਵੀ 4x4 ਗੱਡੀ ਨੂੰ ਯੂਜ਼ ਕਰਦੇ ਨੇ। ਇੱਦਾਂ ਹੀ ਡਿਸਐਡਵਾਂਟੇਜ ਕੀ ਨੇ, ਡਿਸਐਡਵਾਂਟੇਜ ਸਭ ਤੋਂ ਪਹਿਲਾਂ ਕੀ ਹੋ ਗਿਆ, ਇਨੀਸ਼ੀਅਲ ਕੋਸਟ ਆਫ ਦੀ ਵਹੀਕਲ ਇਜ਼ ਇੰਕਰੀਜ਼ਡ। ਜਿਹੜੀ ਸਟਾਰਟਿੰਗ ਕੋਸਟ ਹੈ, ਪਰਚੇਜ਼ ਕਰਨ ਦੀ ਜਿਹੜੀ ਕੋਸਟ ਹੈ ਵਹੀਕਲ ਦੀ, ਉਹ ਵੱਧ ਗਈ। ਕਿਉਂ ਵੱਧ ਗਈ, ਕਿਉਂਕਿ ਡਿਫਰੈਂਸ਼ੀਅਲ 2 ਲੱਗੇ ਨੇ। ਠੀਕ ਹੈ, ਡਿਫਰੈਂਸ਼ੀਅਲ ਕੋਈ ਫਰੀ ਨਹੀਂ ਆਉਂਦਾ, ਡਿਫਰੈਂਸ਼ੀਅਲ ਵੀ ਇੱਕ ਹੈਵੀ ਕੰਪੋਨੈਂਟ ਹੈ, ਮਹਿੰਗਾ ਕੰਪੋਨੈਂਟ ਹੈ। ਡਿਫਰੈਂਸ਼ੀਅਲ 2 ਲੱਗੇ ਨੇ, ਗੀਅਰ ਬਾਕਸ 2 ਲੱਗੇ ਨੇ, ਪ੍ਰੋਪੈਲਰ ਸ਼ਾਫਟਾਂ 2 ਲੱਗੀਆਂ ਨੇ। ਇਸ ਕਰਕੇ ਜਿਹੜੀ ਇਨੀਸ਼ੀਅਲ ਕੋਸਟ ਹੈ ਵਹੀਕਲ ਦੀ ਉਹ ਵੱਧ ਗਈ। ਅੱਗੋਂ ਕੀ ਜੀ, ਰਨਿੰਗ ਕੋਸਟ ਆਫ ਦੀ ਵਹੀਕਲ ਇਜ਼ ਇੰਕਰੀਜ਼ਡ। ਜਦੋਂ ਵਹੀਕਲ ਨੂੰ ਤੁਸੀਂ ਰਨ ਕਰਨਾ ਹੈ, ਚਲਾਉਣਾ ਹੈ, ਉਹ ਵੀ ਰਨਿੰਗ ਕੋਸਟ ਵੀ ਵਧਣੀ ਹੈ। ਰਨਿੰਗ ਕੋਸਟ ਕਿੱਦਾਂ ਵਧਣੀ ਹੈ, ਇੰਜਨ ਨੂੰ ਪਾਵਰ ਜ਼ਿਆਦਾ ਪੈਦਾ ਕਰਨੀ ਪੈਣੀ ਹੈ। ਠੀਕ ਹੈ, ਇਸ ਤੋਂ ਇਲਾਵਾ ਜਦੋਂ ਡਿਫਰੈਂਸ਼ੀਅਲ ਆਇਲ ਚੇਂਜ ਹੋਣਾ ਹੈ ਤਾਂ ਦੋਨੋਂ ਡਿਫਰੈਂਸ਼ੀਅਲ ਦਾ ਹੋਣਾ ਹੈ। ਜੇ ਡਿਫਰੈਂਸ਼ੀਅਲ 'ਚ ਖਰਾਬੀ ਆਉਣੀ ਹੈ ਤਾਂ ਦੋਨਾਂ 'ਚ ਆਉਣੀ ਹੈ। ਪ੍ਰੋਪੈਲਰ ਸ਼ਾਫਟ 'ਚ ਕੋਈ ਖਰਾਬੀ ਆਈ ਤਾਂ ਦੋਨੋਂ ਪ੍ਰੋਪੈਲਰ ਸ਼ਾਫਟਾਂ ਨੇ, 2 ਪ੍ਰੋਪੈਲਰ ਸ਼ਾਫਟਾਂ ਨੇ। ਗੇਅਰ ਬਾਕਸ 2 ਨੇ, 2 ਗੇਅਰ ਬਾਕਸ ਦੀ ਸਰਵਿਸ ਹੋਣੀ ਹੈ, 2 ਡਿਫਰੈਂਸ਼ੀਅਲ ਦੀ ਸਰਵਿਸ ਹੋਣੀ ਹੈ, 2 ਪ੍ਰੋਪੈਲਰ ਸ਼ਾਫਟਾਂ ਦੀ ਸਰਵਿਸ ਹੋਣੀ ਹੈ। ਇਸ ਕਰਕੇ ਰਨਿੰਗ ਕੋਸਟ ਜਿਹੜੀ ਹੈ ਉਹ ਵੀ ਵੱਧ ਗਈ। ਵੀ ਮਤਲਬ ਆਪਾਂ ਜਦੋਂ ਵਹੀਕਲ ਨੂੰ ਯੂਜ਼ ਕਰਨਾ ਹੈ, ਉਹ ਵੀ ਖਰਚਾ ਜਿਹੜਾ ਮੇਨਟੇਨੈਂਸ ਕੋਸਟ ਸੀਗੀ ਉਹ ਵੀ ਵੱਧ ਗਈ। ਨਾਲ ਤੀਜੇ ਨੰਬਰ 'ਤੇ ਕੀ ਵਧਿਆ, ਵੇਟ ਆਫ ਦੀ ਵਹੀਕਲ ਇਜ਼ ਇੰਕਰੀਜ਼ਡ। ਵਹੀਕਲ ਦਾ ਵੇਟ ਵੀ ਵਧਿਆ। ਕਿਉਂ ਵੇਟ ਵਧਿਆ, ਡਿਫਰੈਂਸ਼ੀਅਲ ਦਾ ਪਾਰ ਹੁੰਦਾ 1.5-200 ਕਿਲੋ, 1.5-200 ਕਿਲੋ ਦਾ ਡਿਫਰੈਂਸ਼ੀਅਲ, 20-25 ਕਿਲੋ ਦੀ ਪ੍ਰੋਪੈਲਰ ਸ਼ਾਫਟ, ਇੱਕ ਗੇਅਰ ਬਾਕਸ ਹੋਰ ਲੱਗ ਗਿਆ। ਉਹਦੇ ਨਾਲ ਕੀ ਹੋਇਆ, ਗੱਡੀ ਦਾ ਜਿਹੜਾ ਆਪਣਾ ਭਾਰ ਸੀਗਾ ਉਹ ਵੀ ਵੱਧ ਗਿਆ। ਇਨੀਸ਼ੀਅਲ ਕੋਸਟ ਵੀ ਵੱਧ ਗਈ, ਰਨਿੰਗ ਕੋਸਟ ਵੀ ਵੱਧ ਗਈ, ਅਤੇ ਵਹੀਕਲ ਦਾ ਜਿਹੜਾ ਵੇਟ ਸੀਗਾ ਉਹ ਵੀ ਵੱਧ ਗਿਆ। ਇਹ ਡਿਸਐਡਵਾਂਟੇਜ ਹੋ ਗਈਆਂ 4 ਵੀਲ ਡਰਾਈਵ ਦੀਆਂ। ਅੱਗੋਂ ਅਸੀਂ ਹੁਣ ਲਾਸਟ ਗੱਲ ਕਰਦੇ ਹਾਂ, ਲਾਸਟ ਸਲਾਈਡ ਜੀ ਹੈ ਤੁਹਾਡੀ, ਜਿਹਦੇ 'ਚ ਅਸੀਂ ਗੱਲ ਕਰਾਂਗੇ 6x4 ਵੀਲ ਡਰਾਈਵ। 6x4 ਵੀਲ ਡਰਾਈਵ, 6x4 ਵੀਲ ਡਰਾਈਵ 'ਚੋਂ ਕੀ ਕਹਿੰਦੇ ਨੇ, ਦਿਸ ਟਾਈਪ ਆਫ ਡਰਾਈਵ ਇਜ਼ ਯੂਜ਼ਡ ਇਨ ਦੀ ਹੈਵੀ ਟਰਾਂਸਪੋਰਟ ਵਹੀਕਲਸ ਵਿਚ ਹੈਵ 4 ਵੀਲਸ ਔਨ ਦੀ ਰੀਅਰ ਐਕਸਲ। ਇਹ ਜਿਹੜੀ ਡਰਾਈਵ ਹੈ 6x4, ਇਹ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿਹੜੀ ਹੈਵੀ ਟਰਾਂਸਪੋਰਟ ਵਹੀਕਲਸ ਨੇ, ਜਿਵੇਂ ਕਿ ਟਰੱਕ ਹੋ ਗਿਆ, ਬੱਸ ਹੋ ਗਈ, ਜਿਹਦੇ 'ਚ ਕੀ ਹੋਏਗਾ, ਰੀਅਰ ਸਾਈਡ 'ਤੇ 4 ਵੀਲ ਹੋਣਗੇ। ਠੀਕ ਹੈ ਜੀ, ਰੀਅਰ ਸਾਈਡ 'ਤੇ 4 ਵੀਲ ਹੋਣਗੇ। ਉੱਥੇ ਅਸੀਂ ਇਹ ਵਾਲਾ ਸਿਸਟਮ ਜਿਹੜਾ 6x4 ਯੂਜ਼ ਕਰਦੇ ਹਾਂ। ਦੀ ਵੀਲਸ ਆਰ ਫਿਟਡ ਔਨ ਦੀ ਰੀਅਰ ਐਕਸਲ। ਜਿਹੜੇ ਵੀਲਸ ਹੋਣਗੇ ਉਹ ਰੀਅਰ ਐਕਸਲ 'ਤੇ ਫਿੱਟ ਹੋਣਗੇ, ਵਿਚ ਇਜ਼ ਡਰਿਵਨ ਬਾਈ ਦੀ ਇੰਜਨ ਪਾਵਰ। ਜਿਹੜੇ ਕਿ ਡਰਿਵਨ ਕਿਹਦੇ ਨਾਲ ਹੋਣਗੇ, ਇੰਜਨ ਪਾਵਰ ਦੇ ਨਾਲ। ਮਤਲਬ ਜਿਹੜੇ ਰੀਅਰ ਸਾਈਡ ਵਾਲੇ ਵੀਲ ਨੇ, ਜਿਹੜੇ ਰੀਅਰ ਸਾਈਡ 'ਤੇ 4 ਵੀਲਸ ਲੱਗੇ ਨੇ, ਉਹਨਾਂ ਨੂੰ ਅਸੀਂ ਇੰਜਨ ਦੀ ਪਾਵਰ ਦੇ ਨਾਲ ਚਲਾਵਾਂਗੇ। ਦਿਸ ਸਿਸਟਮ ਇਜ਼ ਯੂਜ਼ਡ ਇਨ ਟਰੱਕਸ ਐਂਡ ਬੱਸਿਸ। ਇਹ ਸਿਸਟਮ ਅਸੀਂ ਟਰੱਕਾਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਯੂਜ਼ ਕਰਦੇ ਹਾਂ। ਦੀ ਐਡਵਾਂਟੇਜ ਆਫ ਦਿਸ ਅਰੇਂਜਮੈਂਟ ਇਜ਼ ਦੈਟ ਦੀ 4 ਵੀਲਸ ਗਿਵ ਮੋਰ ਸਟੇਬਿਲਿਟੀ ਟੂ ਦੀ ਵਹੀਕਲ ਅਗੇਂਸਟ ਸਕਿਡਿੰਗ। ਇਸ ਚੀਜ਼ ਦਾ ਐਡਵਾਂਟੇਜ ਕੀ ਹੋਏਗਾ ਸਾਨੂੰ, ਵੀ ਜੇ ਆਪਾਂ ਪਿਛਲੀ ਸਾਈਡ 'ਤੇ 4 ਵੀਲ ਯੂਜ਼ ਕਰਦੇ ਪਏ, ਅਗਲੀ ਸਾਈਡ 'ਤੇ 2 ਵੀਲ ਯੂਜ਼ ਕਰਦੇ ਪਏ ਹਾਂ, ਇਹਦੇ ਨਾਲ ਵਹੀਕਲ ਦੀ ਜਿਹੜੀ ਸਟੇਬਿਲਿਟੀ ਹੈ ਉਹ ਵੱਧ ਜਾਏਗੀ। ਤੁਸੀਂ ਦੇਖਿਆ ਹੋਏਗਾ ਜਦੋਂ ਤੁਸੀਂ ਸਾਈਕਲ ਚਲਾਉਣਾ ਸਟਾਰਟ ਕਰਦੇ ਸੀਗੇ, ਸਾਈਕਲ ਚਲਾਉਣਾ ਸਿੱਖਿਆ ਸੀਗਾ, ਅਤੇ ਤੁਸੀਂ ਜਿਹੜਾ ਸਾਈਕਲ ਯੂਜ਼ ਕੀਤਾ ਸੀਗਾ ਉਹਦੇ ਸਾਈਡ 'ਤੇ 2 ਐਕਸਟਰਾ ਵੀਲ ਲੱਗੇ ਹੁੰਦੇ ਸੀਗੇ ਛੋਟੇ ਵਾਲੇ, ਜਾਂ ਬੱਚੇ ਜਿਹੜਾ ਸਾਈਕਲ ਚਲਾਉਂਦੇ ਨੇ ਉਹਦੇ ਸਾਈਡ 'ਤੇ 2 ਐਕਸਟਰਾ ਵੀਲ ਲੱਗੇ ਹੁੰਦੇ ਨੇ। ਉਹ ਜਿਹੜੇ 2 ਐਕਸਟਰਾ ਵੀਲ ਨੇ ਨਾ, ਉਹ 2 ਐਕਸਟਰਾ ਵੀਲ ਕਾਹਦੇ ਵਾਸਤੇ ਪ੍ਰੋਵਾਈਡ ਕੀਤੇ ਗਏ ਨੇ, ਸਟੇਬਿਲਿਟੀ ਵਧਾਉਣ ਵਾਸਤੇ, ਵਹੀਕਲ ਜਿਹੜਾ ਸਟੇਬਲ ਰਵੇ। ਇੱਦਾਂ ਹੀ ਜਿਹੜੇ ਇਹਦੇ ਵਿੱਚ 2 ਐਕਸਟਰਾ ਵੀਲ ਅਸੀਂ ਪ੍ਰੋਵਾਈਡ ਕੀਤੇ ਨੇ, ਉਹ ਸਟੇਬਿਲਿਟੀ ਵਾਸਤੇ ਪ੍ਰੋਵਾਈਡ ਕੀਤੇ ਨੇ, ਤਾਂ ਜੋ ਵਹੀਕਲ ਸਾਡਾ ਸਕਿਡ ਨਾ ਕਰੇ। The disadvantage are that efficiency is reduced due to more friction of 4 wheels and lodging of stones between twin wheels. ਬਟ ਇਹਦਾ ਹੁਣ ਡਿਸਐਡਵਾਂਟੇਜ ਵੀ ਹੈਗਾ। ਜੇ ਆਪਾਂ 4 ਵੀਲ ਯੂਜ਼ ਕਰਦੇ ਪਏ ਹਾਂ ਬੈਕ ਸਾਈਡ 'ਤੇ, ਉਹਦਾ ਫਾਇਦਾ ਤਾਂ ਸਾਨੂੰ ਨਜ਼ਰ ਆ ਗਿਆ ਵੀ ਸਟੇਬਿਲਿਟੀ ਵੱਧ ਗਈ, ਬਟ ਉਹਦਾ ਨੁਕਸਾਨ ਵੀ ਹੋਇਆ। ਨੁਕਸਾਨ ਕੀ ਹੋਇਆ,
ਅੱਗੇ 2 ਵੀਲ ਫ੍ਰਿਕਸ਼ਨ ਪੈਦਾ ਕਰਦੇ ਪਏ ਸੀਗੇ ਗਰਾਊਂਡ ਦੇ ਨਾਲ, ਹੁਣ 4 ਵੀਲ ਫ੍ਰਿਕਸ਼ਨ ਪੈਦਾ ਕਰਦੇ ਪਏ ਨੇ। ਫ੍ਰਿਕਸ਼ਨ ਤੁਸੀਂ ਅਪਲਾਈਡ ਮਕੈਨਿਕਸ ਦੇ ਵਿੱਚ ਡਿਟੇਲ 'ਚ ਪੜ੍ਹਿਆ ਹੋਏਗਾ ਵੀ ਫ੍ਰਿਕਸ਼ਨ ਕੀ ਹੈ, ਕਿੱਦਾਂ ਇਹ ਕਿਸੇ ਚੀਜ਼ 'ਤੇ ਇਫੈਕਟ ਪਾਉਂਦਾ ਹੈ। ਹੁਣ ਜਦੋਂ 4 ਵੀਲ ਫ੍ਰਿਕਸ਼ਨ ਪੈਦਾ ਕਰਨਗੇ ਉਹਦੇ ਨਾਲ ਜਿਹੜੀ ਵਹੀਕਲ ਦੀ ਐਫੀਸ਼ੀਐਂਸੀ ਹੈ ਉਹ ਘਟੇਗੀ। ਐਂਡ ਲੋਜਿੰਗ ਆਫ ਸਟੋਨ ਬਿਟਵੀਨ ਟਵਿਨ ਵੀਲਸ, ਜਿਹੜੇ ਪਿੱਛੇ 2 ਵੀਲਸ ਲੱਗੇ ਨੇ ਉਹਨਾਂ ਦੇ ਵਿਚਕਾਰ ਜੇ ਕੋਈ ਪੱਥਰ ਵਗੈਰਾ ਫਸ ਜਾਵੇ ਤਾਂ ਉਹ ਵੀ ਟਾਇਰ ਦੀ ਲਾਈਫ ਨੂੰ ਘਟਾਉਂਦਾ ਹੈ, ਟਾਇਰ ਦੀ ਲਾਈਫ ਨੂੰ ਖ਼ਤਮ ਕਰਦਾ ਹੈ। ਇਹ ਵੀ ਇੱਕ ਡਿਸਐਡਵਾਂਟੇਜ ਹੋ ਗਿਆ। ਸੋ ਇਹ ਸੀਗਾ ਤੁਹਾਡਾ ਅੱਜ ਦਾ ਟੌਪਿਕ, ਜਿਹਦੇ 'ਚ ਅਸੀਂ ਪੜ੍ਹਿਆ ਫਰੰਟ ਵੀਲ ਡਰਾਈਵ ਕੀ ਹੈ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ। ਰੀਅਰ ਵੀਲ ਡਰਾਈਵ ਕੀ ਹੈ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ। ਇੱਦਾਂ ਹੀ ਅਸੀਂ 4x4 ਬਾਰੇ ਵੀ ਪੜ੍ਹਿਆ, ਉਹਦੇ ਫਾਇਦੇ ਅਤੇ ਨੁਕਸਾਨ। ਇੱਦਾਂ ਹੀ ਅਸੀਂ 6x4 ਬਾਰੇ ਵੀ ਪੜ੍ਹਿਆ ਵੀ ਉਹਦੇ ਫਾਇਦੇ ਕੀ ਨੇ ਅਤੇ ਉਹਦੇ ਨੁਕਸਾਨ ਕੀ ਨੇ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ, ਬਾਕੀ ਅਸੀਂ ਨੈਕਸਟ ਲੈਕਚਰ ਸਟੱਡੀ ਕਰਾਂਗੇ। ਥੈਂਕ ਯੂ।